स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। कपड़ियां दी ते शॉपिंग होगी लाजवाब, पर ज्वेलरी किथों लैनी है? फिकर ना करो, जिथे लोग सूट देखते रह जाणगे उत्थे गहने दे डिजाइन दी भी तारीफ कीते बिना रहणगे नहीं, क्योंकि एसी ज्वेलर्स कैंट वालियां दे कोल है 22 कैरेट दे सोने दे गहने, औरतां मर्दां बच्चियां दे वन-सवन्ने गहणियां दी बेशुमार ते लेटेस्ट वैरायटी। इन्हां दे शोरूम च सोने चांदी हीरियां दे गहने भरे रहंदे ने, जिथे है कुंदन सेट, जड़ाऊ सेट, पोलकी सेट, हीरे जड़े सेट, लाइट वेट नेकलेस, चेन, कड़े, चूड़ियां, नगा वालियां सोहणियां सोहणियां मुंदरियां, झुमके वालियां ते होर बथेरा कुछ। एसी ज्वेलर शटल विच हर हफ्ते नवी शिपमेंट आउंदी है। तुहाडे पसंद दे तुहाडे साइज मुताबिक गहने 2 हफ्तियां विच तैयार करवा के दिंदे हन ते रिपेयर भी करदे हन। 24 कैरेट सोने दे बिस्कुट खरीद अते बेच सकदे हो। 100% प्योर गारंटी वाले गहने लैण लई पहुंचो 25416 100 फोर्ट एवेन्यू साउथ ईस्ट कैंट। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲੌਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोल दिया, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 5196220660 या quicktrucklube.com। QTL because we care। स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਜੁੜੇ ਹੋਏ। ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਹੈ ਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੇ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਫਿਰ ਕਹਿੰਦੇ ਅਕਾਲੀ ਲੀਡਰਾਂ ਨੂੰ, ਧਾਰਮਿਕ ਅਕਾਲੀ ਲੀਡਰਾਂ ਨੂੰ ਹੁਣ ਯਾਦ ਆਉਣ ਲੱਗ ਪਿਆ ਵੀ ਲਿਫਾਫਾ ਕਲਚਰ ਆ ਜਿਹੜਾ ਉਹ ਕਹਿੰਦੀ ਸਾਡੀ ਪਾਰਟੀ ਦਾ ਅਕਸ ਖਰਾਬ ਕਰ ਰਿਹਾ, ਨੂੰ ਢਾਹ ਲਾ ਰਿਹਾ। ਦੇਖੋ ਲੋਕ ਤਾਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੇ ਸੀ ਕਿ ਅਕਾਲੀ ਦਲ ਨੂੰ ਢਾਹ ਲੱਗ ਰਿਹਾ ਹੈ ਔਰ ਬੀਬੀ ਜਗੀਰ ਕੌਰ ਨੇ ਹੁਣ ਗੱਲ ਕਹੀ ਹੈ ਜੀ। ਪਿਛਲੇ ਕੁਝ ਦਿਨਾਂ ਤੋਂ ਇਉਂ ਲੱਗਦਾ ਸੀ ਕਿ ਬੀਬੀ ਜਗੀਰ ਕੌਰ ਅਕਾਲੀ ਦਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹਦੇ ਨਾਲ ਉਹਨਾਂ ਦੇ ਸੁਰ ਨਹੀਂ ਮਿਲਦੇ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡੇ ਯਾਦ ਹੋਣਾ ਵੀ ਆਮ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਅਕਸਰ ਨਵੰਬਰ ਮਹੀਨੇ ਦੇ ਐਂਡ ਦੇ ਵਿੱਚ ਹੁੰਦੀ ਹੈ ਜੀ।
ਆਖਰੀ ਹਫਤੇ ਹੁੰਦੀ ਹੈ 29 ਨਵੰਬਰ ਨੂੰ, 28-27 ਨਵੰਬਰ ਨੂੰ। ਇਹ ਪਹਿਲਾ ਮੌਕਾ ਹੈ ਕਾਫੀ ਲੰਬੇ ਸਮੇਂ ਬਾਅਦ ਦੇਖਿਆ ਕਿ ਜਦੋਂ 9 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਲਈ ਇਜਲਾਸ ਸੱਦ ਲਿਆ ਜੀ। ਇਹ ਜਿਹੜਾ ਚੁਣਿਆ ਹੋਇਆ ਬੋਰਡ ਹੈ ਉਹਦੇ ਵੱਲੋਂ ਚੋਣ ਕਰਵਾਈ ਜਾਂਦੀ ਹੈ ਅਤੇ ਬੋਰਡ ਕੋਈ ਅੱਜ ਦਾ ਨਹੀਂ, ਇਹ 2011 ਦਾ ਬੋਰਡ ਚੁਣਿਆ ਹੋਇਆ ਸੀ ਜੀ। ਇਹਦੀ 5 ਸਾਲਾ ਮਿਆਦ 2016 'ਚ ਖਤਮ ਹੋ ਗਈ ਸੀ ਅਤੇ ਜੇ ਅਗਲੇ 5 ਸਾਲ ਵੀ ਆਪਾਂ ਲਾ ਦਈਏ ਤਾਂ ਉਹ 2021 'ਚ ਖਤਮ ਹੋ ਗਈ ਸੀ। ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੁਕੰਮਲ ਚੋਣਾਂ ਹੁਣ ਹੁੰਦੀਆਂ ਨਿਬੜ ਜਾਂਦਾ, ਉਹ ਨਵੀਂ ਜਿਹੜੀ ਹੈਗੀ ਹੈ ਨਵਾਂ ਬੋਰਡ ਬਣਦਾ ਅਤੇ ਨਵੇਂ ਬੋਰਡ ਦੇ ਵਿੱਚੋਂ ਅਗਾਂਹ ਫਿਰ ਜਿਹੜੇ ਹੈਗੇ ਆ ਅਹੁਦੇਦਾਰ ਚੁਣੇ ਜਾਂਦੇ ਜੀ। ਖੈਰ ਇਹਦੇ 'ਤੇ ਵੀ ਬੜਾ ਰੌਲਾ ਗੌਲਾ ਚੱਲ ਰਿਹਾ ਹੈ। ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਗਿਆ ਜੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੁੱਛਿਆ ਵੀ ਤੁਸੀਂ ਚੋਣਾਂ ਕਿਉਂ ਨਹੀਂ ਕਰਵਾਉਂਦੇ, ਤੇ ਫਿਰ ਪਤਾ ਲੱਗਿਆ ਕਿ ਜਸਟਿਸ ਸਾਰੋਂ ਚੋਣ ਕਮਿਸ਼ਨਰ ਤਾਂ ਲਾਏ ਹੋਏ ਹੈ। ਲੰਬਾ ਸਮਾਂ ਤਾਂ ਉਹਨਾਂ ਨੂੰ ਇੱਥੇ ਦਫ਼ਤਰ ਹੀ ਨਹੀਂ ਮਿਲਿਆ ਸੀ ਜੀ, ਅਮਲਾ ਨਹੀਂ ਮਿਲਿਆ ਸੀ। ਫਿਰ ਉਹਨੂੰ ਅਮਲਾ ਵੀ ਮਿਲ ਗਿਆ, ਦਫ਼ਤਰ ਵੀ ਮਿਲ ਗਿਆ। ਉਹ ਕਹਿੰਦੇ ਵੀ ਸਾਡੀ ਪੂਰੀ ਤਿਆਰੀ ਹੈ ਜੀ, ਲੇਕਿਨ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਹਜੇ ਪ੍ਰਵਾਨਗੀ ਨਹੀਂ ਮਿਲੀ, ਕੋਈ ਹੁਕਮ ਨਹੀਂ ਹੋਇਆ। ਜਿੰਨੀ ਦੇਰ ਗ੍ਰਹਿ ਵਿਭਾਗ ਨਹੀਂ ਕਹਿੰਦਾ ਉਨੀ ਦੇਰ ਤੱਕ ਚੋਣ ਹੋ ਨਹੀਂ ਸਕਦੀ। ਭਾਰਤ ਸਰਕਾਰ ਨੇ ਇਹ ਚੋਣ ਕਰਾਉਣੀ ਹੁੰਦੀ ਹੈ। ਵੈਸੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬ ਤੱਕ ਸੀਮਿਤ ਰੱਖਿਆ ਜਾਂਦਾ, ਲੇਕਿਨ ਇਹ ਪੰਜਾਬ ਤੱਕ ਸੀਮਿਤ ਨਹੀਂ ਹੈ ਜੀ। ਉਂਝ ਭਾਵੇਂ ਨਵੀਂ ਕਮੇਟੀ ਬਣਨ ਤੋਂ ਬਾਅਦ ਹਰਿਆਣੇ ਦੀ ਕਮੇਟੀ ਅਲੱਗ ਹੋ ਗਈ ਹੈ, ਜਿਹੜੀ ਉੱਥੇ ਨਵੀਂ ਕਮੇਟੀ ਬਣ ਗਈ ਤਾਂ ਅਲੱਗ ਹੋ ਗਈ, ਸੰਭਾਲ ਲਿਆ। ਉਹਨਾਂ ਨੇ ਚਾਰਜ ਸੰਭਾਲ ਲਿਆ। ਸੁਪਰੀਮ ਕੋਰਟ ਦੇ ਵਿੱਚੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਚੋਣ ਜਿੱਤ ਨਹੀਂ ਸਕੀ, ਜਾਂ ਇਹਨਾਂ ਦੇ ਸਮਰਥਕ ਚੋਣ ਜਿੱਤ ਨਹੀਂ ਸਕੇ। ਸੋ ਹੁਣ ਜੇ ਆਪਾਂ ਦੇਖੀਏ ਤਾਂ ਇਹ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਆ ਉਹ ਪੰਜਾਬ 'ਚੋਂ ਚੁਣੇ ਜਾਂਦੇ ਆ। ਪਹਿਲਾਂ ਹਰਿਆਣਾ 'ਚੋਂ ਵੀ ਚੁਣੇ ਜਾਂਦੇ ਸੀ, ਹੁਣ ਤਾਂ ਸ਼ਾਇਦ ਜੇ ਚੋਣ ਹੋਵੇ ਤਾਂ ਨਹੀਂ ਚੁਣੇ ਜਾਣਗੇ ਕਿਉਂਕਿ ਵੱਖਰੀ ਕਮੇਟੀ ਬਣ ਗਈ ਹੈ। ਇੱਕ ਹੋ ਸਕਦਾ ਵੀ ਉੱਥੋਂ ਆਉਣ, ਜਿਵੇਂ ਦਿੱਲੀੋਂ ਵੀ ਆਉਂਦੇ ਨੇ, ਕੌਂਸਟੀਟੂਐਂਸੀ ਹੋ ਸਕਦੀ ਹੈ। ਨਹੀਂ, ਉਹ ਹੋ ਸਕਦੀ ਹੈ। ਹੁਣ ਜਿਵੇਂ ਜਿਹੜੇ ਇਸ ਵੇਲੇ ਹੈਗੇ ਆ ਜਿਹੜੇ ਚੁਣੇ ਜਾਂਦੇ ਆ, ਚੰਡੀਗੜ੍ਹ ਤੋਂ ਇੱਕ ਮੈਂਬਰ ਚੁਣਿਆ ਜਾਂਦਾ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਇੱਕ ਮੈਂਬਰ ਚੁਣਿਆ ਜਾਂਦਾ, ਦਿੱਲੀ ਤੋਂ ਮੇਰਾ ਖਿਆਲ ਨਾਮਜ਼ਦ ਹੁੰਦਾ, ਉਹ ਨਾਮਜ਼ਦ ਹੁੰਦੇ ਹੈ, ਪਰ ਮਹਾਰਾਸ਼ਟਰ ਦੇ ਵਿੱਚੋਂ ਵੀ ਨਾਮਜ਼ਦ ਹੁੰਦਾ। ਇਸ ਤਰ੍ਹਾਂ ਹੁੰਦੇ ਹੈ, ਲੇਕਿਨ ਉਹਨਾਂ ਦੀ ਨੁਮਾਇੰਦਗੀ ਲਗਭਗ ਸਾਰੀਆਂ ਸਟੇਟਾਂ ਨੂੰ ਹੁੰਦੀ ਹੈ। ਜੇ ਆਪਾਂ ਦਿੱਲੀ ਦੀ ਕਮੇਟੀ ਦੇਖੀਏ, ਜਿਹੜੀ ਦਿੱਲੀ ਦੀ ਗੁਰਦੁਆਰਾ ਕਮੇਟੀ ਬਣੀ ਹੈ ਪ੍ਰਬੰਧਕ ਕਮੇਟੀ, ਉਹਦੇ ਵਿੱਚ ਵੀ ਪੰਜਾਬ ਤੋਂ ਮੈਂਬਰ ਜਾਂਦੇ ਨੇ। ਇਹ ਕੋਈ ਆਦਾਨ ਪ੍ਰਦਾਨ ਇਸ ਕਿਸਮ ਦਾ ਹੁੰਦਾ, ਉਹ ਤਾਂ ਆ ਜਾਣ। ਖੈਰ ਹੁਣ ਜਿਹੜੀ ਇਹ 2011 ਵਾਲੀ ਉਹ ਬੋਰਡ ਹੈ ਉਹੀ ਬਰਕਰਾਰ ਹੈ, ਉਹਦੇ ਤੇ ਕੰਮ ਚੱਲੀ ਜਾਂਦਾ ਹੈ। ਉਹਦੀ ਮੀਟਿੰਗ ਰੱਖ ਲਈ ਇਹਨਾਂ ਨੇ 9 ਨਵੰਬਰ ਦੀ। ਠੀਕ ਹੈ। ਬੀਬੀ ਜਗੀਰ ਕੌਰ ਨੇ ਉਹਦੀ ਡਿਮਾਂਡ ਕੀਤੀ ਕਿ ਜੀ ਇਹ ਤੁਸੀਂ ਕੰਮ ਗਲਤ ਕਰ ਰਹੇ ਹੋ, ਕਿਉਂਕਿ ਗੁਰਪੁਰਬ ਆ ਗਿਆ, ਬਾਬਾ ਨਾਨਕ ਦਾ ਪ੍ਰਕਾਸ਼ ਪੁਰਬ ਆ ਗਿਆ ਹੈ, ਔਰ ਬਹੁਤ ਸਾਰੇ ਜਿਹੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਹੈ ਜੀ, ਧਾਰਮਿਕ ਆਗੂ ਹੈ, ਜਿਨ੍ਹਾਂ ਦੇ ਵਿੱਚ ਤਖਤਾਂ ਦੇ ਸਿੰਘ ਸਾਹਿਬਾਨ ਆਉਂਦੇ ਆ, ਜਥੇਦਾਰ ਸਾਹਿਬਾਨ ਆਉਂਦੇ ਆ, ਉਹ ਵੀ ਇਸ ਮੌਕੇ ਦੇ ਉੱਤੇ ਪਾਕਿਸਤਾਨ ਜਾਂਦੇ ਆ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਉੱਥੇ ਗਏ ਹੋਣਗੇ। ਇਹ ਤੋਂ ਇਲਾਵਾ ਵੀ ਗਰਮੀਆਂ ਦੇ ਦਿਨ ਚੱਲਦੇ ਸੀ, ਬਹੁਤ ਸਾਰੇ ਜਿਹੜੇ ਹੈਗੇ ਆ ਮੈਂਬਰ ਪਹਿਲਾਂ ਹੀ ਵਿਦੇਸ਼ਾਂ ਦੇ ਵਿੱਚ ਹੈ ਜੀ, ਔਰ ਟਿਕਟਾਂ ਵਗੈਰਾ ਦਾ ਤੁਹਾਨੂੰ ਪਤਾ ਵੀ ਬੜਾ ਪੁੱਠਾ ਕੰਮ ਪਿਆ ਹੋਇਆ। ਉਹਨਾਂ ਦਾ ਅਚਨਚੇਤ ਇੱਥੇ ਆਉਣਾ ਸੰਭਵ ਨਹੀਂ ਜੀ। ਔਰ ਜਿਹੜੀ ਅਸਲ ਜਿਹੜੀ ਡੇਟ ਹੁੰਦੀ ਹੈ ਨਵੰਬਰ ਦਾ ਆਖਰੀ ਮਹੀਨਾ, ਤੁਸੀਂ ਚੋਣਾਂ 4 ਦਿਨ ਲੇਟ ਕਰ ਲਓ, ਨਵੰਬਰ ਦੇ ਆਖਰੀ ਮਹੀਨੇ 'ਚ ਲੈ ਜਾਓ ਜੀ। ਉਹਨਾਂ ਦੀ ਇਹ ਗੱਲ ਨਹੀਂ ਮੰਨੀ ਗਈ। ਜਦੋਂ ਇਹ ਗੱਲ ਨਹੀਂ ਮੰਨੀ ਗਈ ਤਾਂ ਫਿਰ ਇਹ ਮਹਿਸੂਸ ਹੋਇਆ ਕਿ ਅੰਦਰ ਖਾਤੇ ਕੁਝ ਹੋ ਰਿਹਾ ਹੈ। ਬੀਬੀ ਸ਼ਾਇਦ ਜਿਹੜੀ ਹੈਗੀ ਸੈਟਿਸਫਾਈ ਇਹਨਾਂ ਤੋਂ ਨਹੀਂ, ਅੱਛਾ, ਤੇ ਬੀਬੀ ਕੁਝ ਹੋਰ ਗੱਲ ਕਰਨ ਨੂੰ ਫਿਰਦੀ। ਅੱਛਾ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦੇ MLA ਔਰ ਉਹ ਭਲੱਥ ਤੋਂ ਜਿੱਤੇ ਹੋਏ ਆ। ਬੀਬੀ ਨੂੰ ਉਹਨਾਂ ਨੇ ਹਰਾਇਆ, ਜਗੀਰ ਕੌਰ ਨੂੰ, ਉਹਦੇ ਜਵਾਈ ਨੂੰ ਹਰਾਇਆ। ਪਹਿਲਾਂ ਵੀ ਬੀਬੀ ਨੂੰ ਵੀ ਹਰਾਇਆ ਸੀ, ਐਤਕੀ ਚਲੋ ਜਵਾਈ ਨੂੰ ਹਰਾ ਗਿਆ। ਤੇ ਉਹਨਾਂ ਨੇ ਗੱਲ ਕਹੀ ਹੈ ਕਿ ਅਸਲ ਦੇ ਵਿੱਚ ਬੀਬੀ ਜਗੀਰ ਕੌਰ ਦੀ ਜਿਹੜੀ ਅੰਡਰਸਟੈਂਡਿੰਗ ਹੈ ਉਹ ਭਾਰਤੀ ਜਨਤਾ ਪਾਰਟੀ ਨਾਲ ਹੋ ਗਈ। ਅੱਛਾ। ਤੇ ਭਾਰਤੀ ਜਨਤਾ ਪਾਰਟੀ ਵੱਲੋਂ ਕਹਿਣ ਤੇ ਹੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਨੂੰ ਫਿਰਦੀ। ਅੱਛਾ। ਬੀਬੀ ਨੇ ਪਹਿਲਾਂ ਕਹਿਤਾ ਸੀ ਕਿ ਮੈਂ ਚੋਣ ਲੜਨੀ ਹੈ, ਮੈਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਹਿ ਆਈ ਹਾਂ ਕਿ ਜੀ ਮੈਨੂੰ ਚੋਣ ਲੜਨ ਦਾ, ਮੈਂ ਚੋਣ ਲੜਨਾ ਚਾਹੁੰਦੀ ਹਾਂ, ਔਰ ਤੁਸੀਂ ਜਿਹੜੀ ਹੈਗੀ ਹੈ ਚੋਣ ਕਰਵਾਓ। ਤੇ ਚੋਣ ਜਿਹੜੀ ਹੈਗੀ ਹੈ ਲਿਫਾਫੇ ਦੇ ਵਿੱਚੋਂ ਨਹੀਂ ਜਿਹੜਾ ਨਿਕਲਣਾ ਚਾਹੀਦਾ। ਉਹ ਕਹਿੰਦੀ ਮੈਂ ਇਹ ਗੱਲ ਕਹਿ ਦਿੱਤੀ ਹੈ। ਖਹਿਰਾ ਸਾਹਿਬ ਕਿਉਂਕਿ ਉਹ ਰਾਜਸੀ ਵਿਰੋਧੀ ਇੱਕ ਦੂਜੇ ਦੇ, ਉਹਨਾਂ ਨੇ ਕਹਿ ਦਿੱਤਾ। ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਸਾਹਿਬ ਸੀ ਜੀ, ਉਹ ਜੋ ਸਾਕਾ ਪੰਜਾ ਸਾਹਿਬ ਦੇ ਜਿਹੜੇ ਸ਼ਹੀਦ ਹੈ, 2 ਸ਼ਹੀਦ ਜੀ, ਉਹਨਾਂ ਨੂੰ ਸਮਰਪਿਤ ਉੱਥੇ ਇੱਕ ਸਮਾਗਮ ਸੀ, ਉਹਦੇ ਵਿੱਚ ਵੀ ਉਹ ਬੋਲੇ। ਤੇ ਫਿਰ ਇਹ ਵੀ ਖਬਰ ਆ ਗਈ ਸੀ ਕਿ ਮਾਝੇ ਨਾਲ ਰਿਲੇਟਡ ਜਿਹੜੇ SGPC ਦੇ ਮੈਂਬਰ ਹੈ ਉਹਨਾਂ ਨਾਲ ਵੀ ਉਹਨਾਂ ਨੇ ਮੀਟਿੰਗ ਕੀਤੀ ਹੈ।
ਔਰ ਉਹਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਫਿਰ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਜਗੀਰ ਕੌਰ ਦੀ ਜਿਹੜੀ ਹੈਗੀਆਂ ਸਰਗਰਮੀਆਂ ਨੂੰ ਵੀ ਬਚਿਆ ਗਿਆ ਉਹਨਾਂ ਇਹਦੇ ਤੇ ਵੀ ਮਤਲਬ ਉਹਨਾਂ ਨੇ ਇਹਦਾ ਨੋਟਿਸ ਲਿਆ ਕਿ ਇਹਦਾ ਹੁਣ ਕੀ ਹੋਵੇ। ਲਓ ਜੀ, ਰਾਤੀ ਡਿਬੇਟਾਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਅੱਛਾ ਜੀ ਟੀਵੀ ਚੈਨਲਾਂ ਦੇ ਉੱਤੇ ਕਿ ਜਗੀਰ ਕੌਰ ਜਿਹੜੀ ਹੈ ਜੀ ਉਹ ਬਾਗੀ ਹੋਣ ਜਾ ਰਹੀ ਹੈ। ਅੱਜ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ ਵੀ ਜਗੀਰ ਕੌਰ ਦੀ ਇੱਕ ਇੰਟਰਵਿਊ ਲੱਗੀ ਹੈ ਜੀ, ਔਰ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਸਵਾਲ ਪੁੱਛਿਆ ਵੀ ਤੁਹਾਡੇ ਤੇ ਇਹ ਇਲਜ਼ਾਮ ਲੱਗ ਰਿਹਾ ਕਿ ਤੁਸੀਂ ਕਹਿੰਦੇ ਹੋ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ ਉਹਦੀ ਚੋਣ ਹੋਣੀ ਚਾਹੀਦੀ, ਉਹ ਲਿਫਾਫੇ 'ਚੋਂ ਨਹੀਂ ਨਿਕਲਣਾ ਚਾਹੀਦਾ। ਉਹ ਕਹਿੰਦੀ ਮੈਂ ਬਿਲਕੁਲ ਠੀਕ ਕਹਿੰਦੀ ਹਾਂ, ਨਹੀਂ ਨਿਕਲਣਾ ਚਾਹੀਦਾ। ਫਿਰ ਉਹਨੂੰ ਇਹ ਗੱਲ ਕਹਿ ਕਿ ਬੀਬਾ ਜੀ ਤੁਸੀਂ 4 ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਲਿਫਾਫੇ 'ਚੋਂ ਨਿਕਲੇ ਹੋ ਤੇ ਤੁਸੀਂ ਵੀ ਲਿਫਾਫੇ 'ਚੋਂ ਨਿਕਲੇ, ਤੁਸੀਂ ਇਹਦੇ ਬਾਰੇ ਦੱਸੋ। ਉਹ ਕਹਿੰਦੀ ਆਹੀ ਤਾਂ ਰੌਲਾ ਹੈ। ਕਹਿੰਦੀ ਜਿਸ ਵੇਲੇ ਮੈਨੂੰ ਪਹਿਲੀ ਵਾਰੀ ਪ੍ਰਧਾਨ ਬਣਾਇਆ ਗਿਆ ਮੈਨੂੰ ਬਿਲਕੁਲ ਨਹੀਂ ਪਤਾ ਸੀ ਜੀ, ਕੋਈ ਸਾਡੀ ਮੀਟਿੰਗ ਨਹੀਂ ਹੋਈ, ਕੱਲੇ ਬੰਦੇ ਨਾਲ ਪ੍ਰਧਾਨ ਜੀ ਨੇ ਬਾਦਲ ਸਾਹਿਬ ਨੇ ਗੱਲਬਾਤ ਕਰ ਲਈ। ਗੱਲਬਾਤ ਕਰਨ ਤੋਂ ਬਾਅਦ 1 ਵਜੇ ਜੀ ਉਹਨਾਂ ਨੇ ਕਹਿੰਦੇ ਜੀ ਲਿਫਾਫਾ ਖੋਲਿਆ ਤੇ ਉਸ ਲਿਫਾਫੇ ਦੇ ਵਿੱਚੋਂ ਮੇਰਾ ਨਾਂ ਨਿਕਲਿਆ। ਅੱਛਾ, ਮੈਨੂੰ 1 ਵਜੇ ਪਤਾ ਲੱਗਿਆ। ਦਾਨੇ ਵਾਲੇ ਸਾਹਿਬ ਆਪਾਂ ਜਾਣਦੇ ਆ ਕਿ ਜਦੋਂ ਸਾਲਾਨਾ ਸਮਾਗਮ ਹੁੰਦਾ ਹੈ ਚੋਣ ਵਾਲਾ ਉਹ ਸ਼ਾਮ ਤੋਂ ਪਹਿਲਾਂ ਸਮਾਪਤ ਹੋ ਜਾਂਦਾ। ਜੇ 1 ਵਜੇ ਪਤਾ ਲੱਗਦਾ ਕਿ ਕੈਂਡੀਡੇਟ ਆ ਜਿਹੜਾ ਹੈਗਾ ਨਾਮਜ਼ਦ ਕਰ ਦਿੱਤਾ ਅਕਾਲੀ ਦਲ ਵੱਲੋਂ, ਕਿਉਂਕਿ ਮੁੱਖ ਤੌਰ ਦੇ ਉੱਤੇ ਦੇਖਿਆ ਅਕਾਲੀ ਦਲ ਦਾ ਕੰਟਰੋਲ ਹੈ ਸ਼੍ਰੋਮਣੀ ਕਮੇਟੀ ਤੇ, ਟਿਕਟਾਂ ਅਕਾਲੀ ਦਲ ਦੀ ਜਿਹੜੀ ਹੈਗੀ ਹੈ ਬੋਡੀ ਹੈ ਉਹ ਬਣਦੇ ਹੈ। ਚੋਣ ਨਿਸ਼ਾਨਾ ਅਕਾਲੀ ਦਲ ਦਾ ਹੁੰਦਾ, ਇਹ ਕੋਈ ਵੱਖਰਾ ਮਾਮਲਾ ਹੈ ਕਿ ਦੋ ਵਿਧਾਨਾਂ ਨੂੰ ਲੈ ਕੇ ਵੀ ਰੌਲਾ ਪਈ ਜਾਂਦਾ ਬਿਲਕੁਲ, ਕਿਉਂਕਿ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਇਹ ਪ੍ਰਬੰਧ ਕੀਤਾ ਗਿਆ ਕਿ ਕੋਈ ਵੀ ਜਿਹੜੀ ਹੈਗੀ ਹੈ ਸੈਕੂਲਰ ਪਾਰਟੀ ਤੋਂ ਬਗੈਰ ਹੋਰ ਕੋਈ ਚੋਣਾਂ ਨਹੀਂ ਲੜ ਸਕਦੇ, ਧਰਮ ਆਧਾਰਿਤ ਪਾਰਟੀ ਵਾਲੇ ਚੋਣਾਂ ਨਹੀਂ ਲੜ ਸਕਦੇ। ਇਧਰ ਅਕਾਲੀ ਦਲ ਜਿਹੜੀ ਆਪਣਾ ਹਲਫੀਆ ਬਿਆਨ ਦੇ ਕੇ ਅਸੀਂ ਸੈਕੂਲਰ ਆ, ਸਾਡੀ ਪਾਰਟੀ ਸੈਕੂਲਰ ਹੈ। ਦੂਜੇ ਪਾਸੇ ਜਦੋਂ ਚੋਣ ਲੜਦੀ ਹੈ ਸ਼੍ਰੋਮਣੀ ਕਮੇਟੀ ਦੀ, ਉੱਥੋਂ ਕਹਿੰਦੇ ਸਾਡੀ ਪਾਰਟੀ ਧਾਰਮਿਕ ਪਾਰਟੀ ਹੈ, ਉਹ ਮਾਮਲਾ ਅੱਜ ਚੱਲੀ ਜਾਂਦਾ। ਪਰ ਜੇ ਆਪਾਂ ਹੁਣ ਦੇਖੀਏ ਵੀ ਜਿਹੜੀ ਸੰਵਿਧਾਨ ਅਕਾਲੀ ਦਲ ਦਾ ਕੰਟਰੋਲ ਹੈ, ਅੱਜ ਉਹ ਬੀਬੀ ਜਗੀਰ ਕੌਰ ਨੇ ਵੀ ਕਿਹਾ ਕਿ ਟਿਕਟਾਂ ਸਾਰੀਆਂ ਪ੍ਰਕਾਸ਼ ਸਿੰਘ ਬਾਦਲ ਨੇ ਵੰਡੀਆਂ ਜੀ, ਤੇ ਪ੍ਰਕਾਸ਼ ਸਿੰਘ ਬਾਦਲ ਜਿਹਦਾ ਲਿਫਾਫਾ ਕੱਢਣਗੇ ਫਿਰ ਮੈਂਬਰ ਤਾਂ ਉਹੀ ਮੰਨਣਗੇ, ਉਹਨਾਂ ਦੀ ਗੱਲ ਮੰਨਣਗੇ। ਉਹ ਕਹਿੰਦੇ ਵੀ ਉਹ ਮੈਚ 4 ਵਾਰ ਇਸ ਤਰ੍ਹਾਂ ਬਣਦੀ ਰਹੀ ਹੈ, ਪਰ ਇਹਦੇ ਨਾਲ ਕਹਿੰਦੇ ਸਾਡਾ ਨੁਕਸਾਨ ਬਹੁਤ ਹੋਇਆ ਜੀ। ਅਕਾਲੀ ਦਲ ਦੇ ਅਕਸ ਨੂੰ ਢਾਹ ਲੱਗੀ ਹੈ। ਲੋਕ ਇਹ ਕਹਿੰਦੇ ਆ ਵੀ ਇੱਥੇ ਜਿਹੜੀ ਕਿ ਧਾਰਮਿਕ ਬੋਡੀ ਦੀਆਂ ਚੋਣਾਂ ਜਿਹੜੀਆਂ ਉਹ ਨਿਯਮਾਂ ਮੁਤਾਬਕ ਨਹੀਂ ਹੁੰਦੀਆਂ ਤਾਂ ਬਾਦਲ ਪਰਿਵਾਰ ਦੇ ਲਿਫਾਫੇ 'ਚੋਂ ਨਿਕਲਦੀਆਂ। ਉਹ ਕਹਿੰਦੇ ਵੀ ਇਹ ਮਾਮਲਾ ਖਤਮ ਹੋਣਾ ਚਾਹੀਦਾ। ਫਿਰ ਉਹਨਾਂ ਨੇ ਖਹਿਰਾ ਸਾਹਿਬ ਬਾਰੇ ਵੀ ਗੱਲ ਕੀਤੀ ਕਿ ਖਹਿਰਾ ਸਾਹਿਬ ਨੇ ਤੁਹਾਡੇ ਤੇ ਟਵੀਟ ਕੀਤਾ ਹੈ। ਉਹ ਕਹਿੰਦੇ ਵੀ ਖਹਿਰਾ ਸਾਹਿਬ ਨੇ ਪਾਰਟੀ ਛੱਡੀ ਕਿਹੜੀ ਜਿਹੜੇ 'ਚੋਂ ਨਹੀਂ ਗਏ। ਅੱਛਾ, ਅਕਾਲੀ ਦਲ 'ਚ ਤਾਂ ਹੈ ਹੀ ਨਹੀਂ ਉਹ ਨਾ ਸਾਬਤ ਸਬੂਤ ਸਿੱਖ ਹੈ ਨਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ, ਉਹਨੂੰ ਤਾਂ ਗੱਲ ਕਰਨ ਦੀ ਲੋੜ ਹੀ ਨਹੀਂ, ਮੈਂ ਤਾਂ ਜਵਾਬ ਦੇਣ ਨੂੰ ਤਾਂ ਤਿਆਰ ਨਹੀਂ। ਪਰ ਉਹ ਕਹਿੰਦੀ ਜੇ ਜਵਾਬ ਦੇਣ ਦੀ ਗੱਲ ਆਵੇ ਤਾਂ ਮੈਨੂੰ ਇਹ ਦੱਸੋ ਜੀ ਕਿ SGPC ਦੇ ਵਿੱਚ ਕੀ ਬੀਜੇਪੀ ਦਾ ਕੋਈ MLA ਹੈਗਾ, ਕਾਂਗਰਸ ਪਾਰਟੀ ਦਾ ਕੋਈ MLA ਹੈਗਾ? ਤਾਂ ਉਹਨੂੰ ਜ਼ਿਕਰ ਕੀਤਾ ਗਿਆ ਕਿ ਤੁਹਾਡੀ ਜਿਹੜੀ ਹੈਗੀ ਹੈ ਮਦਦ ਸੁਖਦੇਵ ਸਿੰਘ ਢੀਂਡਸਾ ਹੋਰੀ ਕਰਦੇ ਆ। ਕਹਿੰਦੇ ਹਾਂ ਕਰਦੇ ਸੁਖਦੇਵ ਸਿੰਘ ਢੀਂਡਸਾ ਦੇ ਖਿਲਾਫ ਉਹ ਤਾਂ ਕਹਿੰਦੀ ਆਪਦੀ ਪਾਰਟੀ ਅਲੱਗ ਪਾਰਟੀ ਹੈ, ਸਪਲਿੰਟਰ ਅਕਾਲੀ ਦਲ ਹੈ। ਕਹਿੰਦੇ ਜੀ ਉਹਨੇ ਚੋਣਾਂ ਉਹਦੇ ਨਾਲ ਲੜੀਆਂ ਮਿਲ ਕੇ ਬੀਜੇਪੀ ਨਾਲ, ਤੇ ਉਹ ਕਹਿੰਦੀ ਫਿਰ ਸਾਡਾ ਅਕਾਲੀ ਦਲ ਤਾਂ 28 ਸਾਲਾਂ ਤੋਂ ਲੜਦਾ ਰਿਹਾ, ਚੋਣਾਂ ਲੜਨ ਦੇ ਨਾਲ ਕੋਈ ਕਿਵੇਂ ਬੀਜੇਪੀ ਵਾਲਾ ਬਣ ਜੂ? ਸਾਡੇ ਕੁਝ ਨਾ ਬੀਜੇਪੀ ਦਾ ਨਾ ਕਾਂਗਰਸ ਦਾ। ਬਹੁਤ ਸ਼ਾਰਪ ਜਵਾਬ ਦਿੱਤੇ। ਕਹਿੰਦੇ ਸਵਾਲ ਇਹ ਹੈ ਕਿ ਅਕਾਲੀ ਦਲ ਨੂੰ ਬਚਾਉਣਾ। ਹੁਣ ਦਾ ਨੇੜੀਆ ਸਾਹਿਬ ਜਦੋਂ ਅਕਾਲੀ ਦਲ ਨੂੰ ਬਣਾਉਣਾ ਤੇ ਇਹਨੂੰ ਆਪਾਂ ਬਚਾਉਣਾ ਹੈ ਤੇ ਇਹਨੂੰ ਫਿਰ ਆਪਾਂ ਸਮੁੱਚੇ ਸੰਦਰਭ ਦੇ ਵਿੱਚ ਦੇਖੀਏ। ਉਧਰੋਂ ਜਗਮੀਤ ਸਿੰਘ ਬਰਾੜ ਨੂੰ ਵੀ ਜਿਹੜਾ ਨੋਟਿਸ ਜਾਰੀ ਕੀਤਾ ਹੋਇਆ ਜੀ, ਤੇ ਜਗਮੀਤ ਸਿੰਘ ਬਰਾੜ ਨੇ ਆਪਣੇ ਨੋਟਿਸ ਦਾ ਜਵਾਬ ਵੀ ਦਿੱਤਾ। ਅੱਛਾ ਜੀ, ਉਹਨਾਂ ਨੇ ਪ੍ਰਧਾਨ ਜੀ ਨੂੰ ਵੀ ਜਵਾਬ ਭੇਜਤਾ। ਹਾਲਾਂਕਿ ਉਹ ਕਹਿੰਦੇ ਕਿ ਜਿਹੜਾ ਮੈਨੂੰ ਨੋਟਿਸ ਦਿੱਤਾ, ਮੈਨੂੰ ਨੋਟਿਸ ਅੱਜ ਤੱਕ ਮਿਲਿਆ ਨਹੀਂ। ਅੱਛਾ ਜੀ, ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਨੇ ਪਾਤਾ, ਮੈਂ ਉਹਨੂੰ ਪ੍ਰਵਾਨ ਕਰਦਾ। ਉਹਨੂੰ ਮੈਂ ਪ੍ਰਵਾਨ ਕਰਕੇ ਉਹ ਕਹਿੰਦੇ ਜੀ ਮੈਂ ਪ੍ਰਧਾਨ ਜੀ ਨੂੰ ਦਫ਼ਤਰ ਜਾ ਕੇ ਪ੍ਰਧਾਨ ਜੀ ਦੇ ਦਫ਼ਤਰ ਅਕਾਲੀ ਦਲ 'ਚ ਦੇ ਆਏ ਜੀ। ਜਿਹੜੇ ਅਕਾਲੀ ਦਲ ਦੇ ਨੰਬਰ 2 ਕਹਿ ਲਈਏ ਜਾਂ ਕੁਛ ਵੀ ਕਹਿ ਲਈਏ, ਦਲਜੀਤ ਸਿੰਘ ਚੀਮਾ ਸਾਹਿਬ, ਉਹਨਾਂ ਨੂੰ ਵੀ ਦੇ ਆਏ ਮੈਂ ਸਕੱਤਰ ਸਾਹਿਬ ਨੂੰ, ਜਦ ਸੈਕਟਰੀ ਜਨਰਲ ਕੁਛ ਵੀ ਹੈਗੇ ਉਹ। ਫਿਰ ਕਹਿੰਦੇ ਜੀ ਜਿਹੜੇ ਚੇਅਰਮੈਨ ਸਾਹਿਬ ਹੈ ਡਿਸਪਲਿਨਰੀ ਕਮੇਟੀ ਦੇ, ਮੈਂ ਉਹਨਾਂ ਦੇ ਵੀ ਘਰ ਜਾ ਕੇ ਦੇ ਕੇ ਆਇਆ। ਮੈਂ ਭੂੰਦੜ ਸਾਹਿਬ ਨੂੰ ਵੀ ਦੇ ਕੇ, ਮੈਂ ਤਾਂ ਕੱਲੇ ਮੈਂਬਰ ਨੂੰ ਦੇ ਆਇਆ, ਕੱਲੇ ਮੈਂਬਰ ਨੂੰ ਦੇ ਆਇਆ। ਤੇ ਬਈ ਗੱਲ ਹੈ ਤੇ ਵੀ ਮੈਂ ਨੁਕਸਾਨ ਕਿੱਥੇ ਕੀਤਾ ਪਾਰਟੀ ਦਾ? ਮੈਂ ਬਿਆਨ ਦਿੱਤਾ ਪਾਰਟੀ ਦੀ ਏਕਤਾ ਵਾਸਤੇ, ਜਿਹੜੀ ਹੈਗੀ ਸਿੱਖ ਭਾਈਚਾਰੇ ਦੀ ਯੂਨਿਟੀ ਵਾਸਤੇ। ਜਿਹੜਾ ਮੈਂ ਬਿਆਨ ਦਿੱਤਾ ਉਸ ਬਿਆਨ ਦਾ ਜਿਹੜਾ ਹੈਗਾ ਸਾਰ ਤੱਤ ਉਹ ਕੋਰ ਕਮੇਟੀ ਦੀਆਂ ਮੀਟਿੰਗਾਂ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਉਹਦਾ ਸਾਰ ਤੱਤ ਹੈ ਜੀ। ਉਹ ਕਹਿੰਦੇ ਵੀ ਮੈਨੂੰ ਕੋਈ ਵੀ ਅਜਿਹਾ ਬਿਆਨ ਕੱਢ ਕੇ ਦੱਸ ਦਿਓ ਜਿਹਦੇ ਵਿੱਚ ਮੈਂ ਅਕਾਲੀ ਦਲ ਦੇ ਜਾਂ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਮੈਂ ਬੋਲਿਆ ਹੋਵਾਂ। ਅਗਲੀ ਗੱਲ ਉਹ ਕਹਿੰਦੇ ਵੀ ਜੇ
ਪੱਤਰਕਾਰ ਕੋਈ ਗੱਲ ਕਰਦੇ, ਮੈਂ ਪ੍ਰੈਸ ਕਾਨਫਰੰਸ ਕਰਦਾ, ਪੱਤਰਕਾਰ ਆਪਦੀ ਮਰਜ਼ੀ ਮੁਤਾਬਕ ਜਿਹਨੂੰ ਜਿਵੇਂ ਕੁਝ ਚੰਗਾ ਲੱਗਦਾ ਉਹ ਆਪਦੀ ਖਬਰ ਬਣਾ ਲੈਂਦਾ, ਮੇਰੇ ਖਿਲਾਫ ਤੁਸੀਂ ਸਬੂਤ ਦਿਖਾਓ ਕੀ ਸਬੂਤ ਕੋਈ ਹੈ ਨਹੀਂ ਗੇ। ਇਸੇ ਕਰਕੇ ਮੈਨੂੰ ਲੱਗਦੀ ਹੈ ਕਿ ਮਾਮਲਾ ਹੁਣ ਜਗਮੀਤ ਬਰਾੜ ਵਾਲਾ ਵੀ ਥੋੜਾ ਜਿਹਾ ਠੰਡਾ ਪੈ ਗਿਆ। ਅਗਲੀ ਜੇ ਆਪਾਂ ਦੇਖੀਏ ਜਗਮੀਤ ਸਿੰਘ ਬਰਾੜ ਵਾਲੀ ਗੱਲ ਜਿਹੜੀ ਉਹ ਇਹ ਕਹਿੰਦੇ ਕਿ ਜੀ ਅਸੀਂ ਜੋ ਕੁਝ ਕੀਤਾ, ਹਾਂ ਇੱਕੋ ਕਹਿੰਦਾ ਮੇਰੇ ਤੇ ਇਲਜ਼ਾਮ ਹੈ ਕਿ ਮੈਂ ਕਨਵੀਨਰ ਬਣ ਗਿਆ। ਅੱਛਾ, ਜਿਹੜੀ ਉਹਨੇ ਕਿਹਾ ਸੀ ਕਿ 29-30 ਤਾਰੀਖ ਨੂੰ ਦੀਵਾਲੀ ਤੋਂ ਬਾਅਦ ਅਸੀਂ ਇੱਕ ਮੀਟਿੰਗ ਬੁਲਾਵਾਂਗੇ ਸਾਰੇ ਸਿੱਖਾਂ ਦੀ, ਮਤਲਬ ਜਿਹੜੀ ਹੈਗੀ ਇੱਕ ਵਿਸ਼ਾਲ ਇਕੱਤਰਤਾ ਵਾਸਤੇ, ਇੱਕ ਜਿਹੜੀ ਹੈਗੀ ਸਾਰੇ ਸਿੱਖਾਂ ਨੂੰ ਇੱਕੋ ਪਲੇਟਫਾਰਮ ਤੇ, ਸਾਰੇ ਅਕਾਲੀਆਂ ਨੂੰ ਇੱਕੋ ਪਲੇਟਫਾਰਮ ਤੇ ਇਕੱਠਾ ਕਰਨ ਵਾਸਤੇ ਮੀਟਿੰਗ ਬੁਲਾਉਣ ਦੀ ਗੱਲ ਹੈ। ਉਹ ਕਹਿੰਦਾ ਜੀ ਮੈਂ ਕਨਵੀਨਰ ਕਦੋਂ ਕਿਹਾ ਆਪਣੇ ਆਪ ਨੂੰ, ਮੈਂ ਤਾਂ ਕੋਆਰਡੀਨੇਟਰ ਕਿਹਾ, ਮੈਂ ਕੋਆਰਡੀਨੇਟ ਕਰਨਾ, ਮੀਟਿੰਗ ਤੋਂ ਕੋਈ ਤਾਂ ਬੁਲਾਊਗਾ, ਮੈਂ ਤਾਂ ਕਰ ਦੇਣਾ, ਤੇ ਕੋਆਰਡੀਨੇਟ ਕਰਨਾ ਤਾਂ ਕੋਈ ਮਾੜੀ ਗੱਲ ਨਹੀਂ। ਇਹਨੂੰ ਤੁਸੀਂ ਦੱਸੋ ਕੀ ਹੈ। ਹੁਣ ਇੱਥੇ ਆ ਕੇ ਦਾਨੇ ਵਾਲੀਆ ਸਾਹਿਬ, ਮੈਂ ਆਪਾਂ ਪਹਿਲਾਂ ਵੀ ਇੱਕ ਦਿਨ ਕਹੀ, ਮੈਂ ਤੁਹਾਨੂੰ ਕਹਿੰਦੇ ਆਹ ਮਹੀਨਾ ਜਿਹੜਾ ਅਗਲਾ 1 ਮਹੀਨਾ ਹੈ ਇਹ ਅਕਾਲੀ ਪੋਲੀਟਿਕਸ ਵਾਸਤੇ ਬੜਾ ਗੰਭੀਰ ਹੈ ਕਿ ਇਹ ਕਿਹੜੇ ਪਾਸੇ ਨੂੰ ਜਾਂਦੇ। ਪਰ ਜੋ ਬੀਬੀ ਨੇ ਕਹਿ ਦਿੱਤਾ, ਤੇ ਹੁਣ ਜਿਵੇਂ ਬੀਬੀ ਨੇ ਇਸ਼ਾਰਾ ਕਰਤਾ ਕਿ ਢੀਂਡਸਾ ਸਾਹਿਬ ਵੀ ਮੇਰੀ ਮਦਦ ਕਰਨਗੇ ਜੀ। ਉਹਨੇ ਕਿਹਾ ਜੀ ਜਿਸ ਵੇਲੇ ਮੈਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਹੁੰਦੀ ਸੀ, ਚਾਹੇ ਕੋਈ ਵੀ ਬੰਦਾ, ਮੈਨੂੰ ਕਿਸੇ ਨੇ ਵੋਟ ਪਾਈ ਜਾਂ ਨਹੀਂ ਪਾਈ, ਮੈਂ ਪ੍ਰਧਾਨ ਜ਼ਰੂਰ ਹੁੰਦੀ ਸੀ, ਪਰ ਮੈਂ ਕਦੇ ਕਿਸੇ ਵੀ ਮੈਂਬਰ ਦੇ ਨਾਲ ਵਿਤਕਰੇਬਾਜ਼ੀ ਨਹੀਂ ਕੀਤੀ। ਜੋ ਵੀ ਮੈਂਬਰ ਹੀ ਜਾਂ ਸ਼ੀ ਮੇਰੇ ਕੋਲੇ ਆਇਆ ਕਿ ਜੀ ਸਾਨੂੰ ਬੀਬੇ ਜੀ ਆਹ ਕੰਮ ਚਾਹੀਦਾ, ਮੈਂ ਉਹਦਾ ਕੰਮ ਕੀਤਾ। ਮੈਂ ਕਦੇ ਕਿਸੇ ਨਾਲ ਦਵੈਸ਼ ਭਾਵਨਾ ਨਹੀਂ ਰੱਖੀ, ਤੇ ਮੈਨੂੰ ਸਾਰੇ ਸਤਿਕਾਰ ਦਿੰਦੇ, ਮੈਨੂੰ ਸਾਰੇ ਜਣੇ ਇੱਜ਼ਤ ਦਿੰਦੇ, ਮਾਣ ਦਿੰਦੇ, ਤੇ ਚਾਹੁੰਦੇ ਵੀ ਬੀਬਾ ਜੀ ਤੁਸੀਂ ਸੇਵਾ ਕਰੋ। ਇਸ ਕਰਕੇ ਸੇਵਾ ਲਈ ਤਾਂ ਮੈਂ ਤਿਆਰ ਹਾਂ। ਹੁਣ ਉਹ ਸੇਵਾ ਵਾਸਤੇ ਤਿਆਰ ਹੋ ਗਏ। ਅਕਾਲੀ ਦਲ ਦੀ ਸਥਿਤੀ ਹੈ, ਉਹ ਕਹਿੰਦੇ ਜੀ ਚਲੋ ਆਪਾਂ, ਮੈਨੂੰ ਕੱਲ ਮੇਰੀ ਕਿਸੇ ਸੀਨੀਅਰ ਲੀਡਰ ਨਾਲ ਗੱਲ ਹੋਈ, ਅਕਾਲੀ ਹੈਗੇ ਆ, ਸਮਝੋ ਆਪਾਂ ਇਹ ਨਹੀਂ ਦੱਸ ਵੀ ਕਿਹਦੇ ਨਾਲ ਉਹਦੀ ਵਫਾਦਾਰੀ ਹੈ। ਮੈਂ ਕਿਹਾ ਜੀ ਬਣਦਾ ਕੀ ਹੈ। ਉਹ ਕਹਿੰਦੇ ਵੀ ਜਿਹੜੇ ਲੀਡਰ ਸਾਹਿਬ ਆ ਸਾਡੇ ਅਕਾਲੀ ਦਲ ਦੇ ਲੀਡਰ ਸਾਹਿਬ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਜਾਂ ਕੁਝ ਬੰਦੇ ਉਹਨਾਂ ਦੇ ਨਾਲ ਜਿਹੜੇ ਲੱਗੇ ਹੋਏ ਹੈ, ਉਹ ਕਹਿੰਦੇ ਜੀ ਚਲੋ ਵੋਟਾਂ ਮੰਗੀਏ, ਚਲੋ ਆਪਾਂ ਵੋਟਾਂ ਮੰਗੀਏ। ਕਹਿੰਦੇ ਉਹ ਕਹਿੰਦੇ ਵੀ ਪਹਿਲਾਂ ਕੈਂਡੀਡੇਟ ਡਿਕਲੇਅਰ ਕਰੋ, ਕਿਹਦੇ ਵਾਸਤੇ ਮੰਗੀਏ। ਹਾਂ, ਹੁਣ ਬੀਬੀ ਤਾਂ ਜਗੀਰ ਕੌਰ ਤਾਂ ਲਗਭਗ ਮੇਰਾ ਖਿਆਲ ਹੈ ਵੀ ਉਹਨਾਂ ਨੇ ਮਾਝਾ ਮਾਲਵਾ ਦੁਆਬਾ ਉਹਨਾਂ ਨੇ ਆਪਦਾ ਕਵਰ ਕਰ ਲਿਆ, ਗਾ ਲਿਆ ਤਾਂ। ਔਰ ਕਵਰ ਕਰਨ ਵਾਸਤੇ ਜੇ ਦੇਖੀ ਵੀ ਕੋਈ ਕਵਰ ਇਕੱਲੇ ਨਹੀਂ ਕਰ ਰਹੇ, ਅੰਦਰ ਖਾਤੇ ਕਵਰ ਕਈ ਹੋਰ ਵੀ ਕਰ ਰਹੇ ਉਹਨਾਂ ਲਈ। ਸੋ ਜਿਹੜੇ, ਮੈਂ ਨਹੀਂ ਇਸ ਗੱਲ ਤੋਂ ਮੁਨਕਰ ਹੁੰਦਾ ਕਿ ਜਿਹੜੇ ਇਲਜ਼ਾਮਾਤ ਇਹਨਾਂ ਨੇ ਲਾਏ, ਖਹਿਰਾ ਸਾਹਿਬ ਨੇ ਲਾਏ ਹੈ ਜੀ, ਦਾਨੇ ਵਾਲੇ ਸਾਹਿਬ, ਸੱਚਾਈ ਕਿਸੇ ਹੱਦ ਤੱਕ ਜ਼ਰੂਰ ਹੈਗੀ ਹੈ, ਵਿੱਚ ਗੜਬੜ ਹੈ। ਕਿਉਂਕਿ ਕਦੇ ਵੀ ਕੋਈ ਬੰਦਾ ਇੰਨੀ ਦਲੇਰੀ ਨਹੀਂ ਕਰ ਸਕਦਾ, ਉਹ ਵੀ ਜੰਗੀਰ ਕੌਰ ਵਰਗੀ ਬੀਬੀ, ਹਾਂ, ਜਿਹਨੂੰ ਕੋਈ ਜੇ ਕੋਈ ਤਾਕਤਵਰ ਧਿਰ ਦੀ ਸਰਪ੍ਰਸਤੀ ਨਾ ਹੋਵੇ, ਜਾਂ ਫਿਰ ਅੰਦਰੋਂ ਸਾਜ਼ਿਸ਼ ਹੈ ਵੀ ਭਾਈ ਹੋ ਖੜੀ ਕਰ, ਰੌਲਾ ਪਾ ਥੋੜਾ ਜਿਹਾ, ਚੱਲ ਤੈਨੂੰ ਬਣਾਵਾਂਗੇ ਤੇ ਅਸੀਂ ਦੂਜਿਆਂ ਨੂੰ ਵੀ ਦੱਬ ਲਾਂਗੇ, ਤੂੰ ਕਹਿ ਮੈਂ ਤਾਂ ਖੜੀ ਹੋਊਂਗੀ। ਇਹ ਵੀ ਹੋ ਸਕਦਾ। ਪਰ ਜਿੱਥੋਂ ਤੱਕ ਜੇ ਢੀਂਡਸੇ ਹੋਰਾਂ ਦੀ ਗੱਲ ਚੱਲ ਪਈ, ਜਿਵੇਂ ਉਹ ਢੀਂਡਸਾ ਹੋਰਾਂ ਦੀ ਗੱਲ ਕਹਿੰਦੇ ਹੈ ਵੀ ਢੀਂਡਸੇ ਹੋਰੀ ਮੇਰੀ ਮਦਦ ਕਰਦੇ, ਮੇਰੇ ਨਾਲ ਖੜਦੇ, ਔਰ ਮੈਂ ਆਪਣੇ ਮਿੱਠੂ ਸਿੰਘ ਕਾਨੇਕੇ ਜੀ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ, ਪਿਛਲੀ ਚੋਣ ਵੀ ਉਹਨਾਂ ਨੇ ਲੜੀ ਸੀ, ਔਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਿਆਂ ਵਾਲਿਆਂ ਦੀ ਗੱਲ ਹੁੰਦੀ ਹੈ ਜੀ, ਉਹਨਾਂ ਕਾਲਿਆਂ ਵਾਲਿਆਂ ਨੂੰ ਜ਼ਮੀਨਾਂ ਦੇ ਮਾਮਲਿਆਂ ਨੂੰ ਵੀ ਉਹਨਾਂ ਨੇ ਬੜਾ ਉਠਾਇਆ ਸੀ, ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੀ ਹੈ, ਉਹ ਕਹਿੰਦੇ ਜੀ ਜਿੰਨੀ ਆਪੋਜੀਸ਼ਨ ਹੈ ਜੀ, ਜਿੰਨੀ ਆਪੋਜੀਸ਼ਨ ਹੈ, ਅਸੀਂ ਤਾਂ ਮੌਕੇ ਦੀ ਐਨ ਪੂਰੀ ਤਰ੍ਹਾਂ ਨਜ਼ਾਕਤ ਨੂੰ ਸਮਝਦੇ ਹਾਂ, ਅਸੀਂ ਮਦਦ ਕਰ ਸਕਦੇ ਹਾਂ, ਕਰ ਸਕਦੇ ਹਾਂ, ਕਿਉਂਕਿ ਕਰਾਂਗੇ ਕੋਈ ਨਹੀਂ ਕਹਿੰਦਾ ਹੁੰਦਾ, ਕਰਾਂਗੇ ਤਾਂ ਕੋਈ ਨਹੀਂ ਕਹਿੰਦਾ, ਜੇ ਕਰ ਸਕਦੇ ਹੈਗੇ ਤੇ ਇਹਦਾ ਮਤਲਬ ਹੈ ਕਿ ਹੈਗੀ ਹੈ ਗੱਲ, ਕੋਈ ਨਾ ਕੋਈ ਗੜਬੜ ਤਾਂ ਹੈ ਕहीं ਨਾ ਕहीं। ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਟੈਕਸਿਸ, ਸਟੇਟ ਟੈਕਸਿਸ ਜਾਂ ਕਿਸੇ ਪ੍ਰਕਾਰ ਦੀਆਂ ਹੋਰ ਟੈਕਸਿਸ ਤੇ ਅਕਾਊਂਟਸ ਦਾ ਤੁਸੀਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 2535208886 ਦੇ ਉੱਤੇ ਕਾਲ ਕਰ ਸਕਦੇ ਹੋ। ਇਹਨਾਂ ਦੀ ਲੋਕੇਸ਼ਨ ਹੈ ਜੀ 104 ਐਵੀਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ, ਇੱਥੇ ਤੁਹਾਨੂੰ ਹਰ ਮੇਕ ਦੇ ਰੀਫਰ ਦੀ ਰਿਪੇਅਰ ਮਿਲੇਗੀ, ਸੈਮੀ ਤੇ ਟ੍ਰੇਲਰ ਦਾ ਸਾਰਾ ਕੰਮ ਕਰਦੇ ਨੇ। 10224 ਰੈਜ਼ੀਡੈਂਸੀ ਰੋਡ ਮਨਾਸਸ, ਹਾਈਵੇ 66 ਐਗਜ਼ਿਟ 43 ਤੇ ਲੋਕੇਟਡ ਨੇ ਜੀ। ਫੋਨ ਨੰਬਰ ਹੈ 8043728800 804-372-8800। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟਰਨ ਹਨ ਐਵੀਨਿਊ ਇੰਡੀਅਨੈਪਲਿਸ। ਫੋਨ ਨੰਬਰ ਹੈ ਜੀ 3179797205 ਜਾਂ 6612045818 ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਸੈਮੀ ਜਾਂ ਟ੍ਰੇਲਰ ਉੱਥੇ ਕੋਈ ਵੀ ਲਿਜਾ ਸਕਦੇ ਹੋ, ਜਾਂ ਫਿਰ ਤੁਸੀਂ ਜੇਕਰ ਤੁਹਾਨੂੰ ਰਾਹ ਜਾਂਦੇ ਟਰੱਕ ਖੇੜਾ ਖਰਾਬ ਹੋ ਗਿਆ ਤਾਂ ਟੋ ਟਰੱਕ ਦਾ ਵੀ ਇੰਤਜ਼ਾਮ ਕਰਵਾ ਸਕਦੇ ਹੋ। ਢਿੱਲੋਂ ਸਾਹਿਬ,
ਨਫ਼ਰਤੀ ਭਾਸ਼ਣ ਤਾਂ ਬਹੁਤ ਦਿੰਦੇ ਨੇ ਭਾਰਤ ਦੇ ਵਿੱਚ, ਜੀ ਕਤਲੋ ਗਾਰਤ ਵੀ ਬਹੁਤ ਕਰਦੇ ਨੇ, ਕਤਲ ਵੀ ਹਰ ਧਿਰ ਦੇ ਹੁੰਦੇ ਨੇ, ਪਰ ਜਿਹੜੀਆਂ ਸਜ਼ਾਵਾਂ ਨੇ ਉਹ ਕੁਝ ਹੋਰ ਬੋਲਦੀਆਂ ਹੁੰਦੀਆਂ ਨੇ। ਬਿਲਕੁਲ 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 ਬਿਲਕੁਲ। ਜਿਹੜੀਆਂ ਹੁਣ ਸਜ਼ਾਵਾਂ ਵਾਲੀ ਗੱਲ ਹੈ, ਉਹ ਪੰਜਾਬੀ 'ਚ ਇੱਕ ਕਹਾਵਤ ਇੱਕ ਵਾਰੀ ਮੈਂ ਪੜ੍ਹੀ ਸੀ ਕਿਸੇ ਥਾਂ ਦੇ ਉੱਤੇ, ਜੀ, ਸ਼ੀਸ਼ਾ ਝੂਠ ਨਹੀਂ ਬੋਲਦਾ। ਸ਼ੀਸ਼ਾ ਤੁਹਾਡਾ ਚਿਹਰਾ ਜਿਹੜਾ ਹੈਗਾ ਬਿਲਕੁਲ ਜੇ ਉਹ ਧੁਆਂਖਿਆ ਵਾ ਹਾਂ, ਉਹਨੇ ਧੁਆਂਖਿਆ ਦਿਖਾ ਦੱਸ ਦੇਣਾ, ਤੇ ਜੇ ਉਹ ਚਮਕਦਾ ਤੇ ਉਹਨੇ ਚਮਕਦਾ ਚਮਕਦਾ ਹੀ ਦਿਖਾਉਣਾ। ਸ਼ੀਸ਼ਾ ਝੂਠ ਨਹੀਂ ਬੋਲਦਾ। ਆਹ ਜਿਹੜੇ ਫੈਸਲੇ ਆ ਨਾ, ਇਹ ਫੈਸਲੇ ਝੂਠ ਨਹੀਂ ਬੋਲਦੇ। ਇਹ ਦੱਸਦੇ ਆ ਕਿ ਕਿਹਨਾਂ ਨੂੰ ਕੈਦਾ ਹੁੰਦੀਆਂ। ਨਫ਼ਰਤੀ ਭਾਸ਼ਣ ਚੀਜ਼ ਕੀ ਹੈ ਜੀ, ਕਿ ਦੋ ਫਿਰਕਿਆਂ ਦੇ ਦਰਮਿਆਨ ਕਸ਼ੀਦਗੀ ਪੈਦਾ ਕਰਨਾ, ਕਸ਼ੀਦਗੀ ਪੈਣਾ, ਉਹਨਾਂ ਦੇ ਦਰਮਿਆਨ ਤਣਾਅ ਪੈਦਾ ਕਰਨਾ, ਇੱਕ ਫਿਰਕੇ ਨੂੰ ਇੰਨਾ ਬਦਨਾਮ ਕਰ ਦੇਣਾ ਜੀ ਕਿ ਦੂਜੇ ਲੋਕ ਜਿਹੜੇ ਹੈਗੇ ਉਹਦੇ ਦੁਸ਼ਮਣ ਬਣ ਜਾਣ, ਉਹਨਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਣ, ਉਹਨੂੰ ਜਿਹੜੀਆਂ ਉਹ ਤਕਰੀਰਾਂ ਕਰਕੇ ਜਿਹੜੇ ਲੋਕ ਇਹ ਕੰਮ ਕਰਦੇ ਆ ਉਹਨਾਂ ਨੂੰ ਨਫ਼ਰਤੀ ਭਾਸ਼ਣ ਕਿਹਾ ਜਾਂਦਾ ਹੈ ਜੀ। ਇਹਦੇ ਸੰਬੰਧ ਵਿੱਚ ਦੇਸ਼ ਦੀ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਸਖਤ ਟਿੱਪਣੀ ਕੀਤੀ ਹੈ। ਜੀ, ਟਿੱਪਣੀ ਨਹੀਂ ਕੀਤੀ, ਹੁਕਮ ਹੀ ਦਿੱਤਾ, ਕਿਉਂਕਿ ਨਫ਼ਰਤੀ ਭਾਸ਼ਣ ਦੇ ਕੁਝ ਕੇਸ ਜਿਹੜੇ ਹੈਗੇ ਉਹ ਲੱਗੇ ਸੀ ਸੁਪਰੀਮ ਕੋਰਟ 'ਚ। ਉਹਦੇ ਤੇ ਜਿਹੜੀ ਹੈਗੇ ਯੂਪੀ ਦੀ ਸਰਕਾਰ ਵੀ ਪੇਸ਼ ਹੋਈ, ਉੱਤਰਾਖੰਡ ਦੀ ਸਰਕਾਰ ਨੂੰ ਵੀ ਤਲਬ ਕੀਤਾ ਸੀ ਜੀ, ਪਾਰਟੀ ਦਿੱਲੀ ਨੂੰ ਵੀ ਬਣਾਇਆ ਵਾ ਤੇ ਕੇਂਦਰ ਸਰਕਾਰ ਨੂੰ ਵੀ ਬਣਾਇਆ ਵਾ। ਉਹਨਾਂ ਨੇ ਜਦੋਂ ਪੁੱਛਿਆ ਵੀ ਇਹ ਹੋ ਕੀ ਰਿਹਾ, ਤਾਂ ਮਾਣਯੋਗ ਜੱਜ ਸਾਹਿਬਾਨ ਨੇ ਕਿਹਾ ਕਿ ਇਹ ਜਿਹੜੀ ਸਟੇਟ ਪੁਲਿਸ ਦੀ ਸਬੰਧਤ ਸੂਬੇ ਹੈ ਜਾਂ ਯੂਨੀਅਨ ਟੈਰੀਟਰੀ ਹੈ, ਉਸ ਪੁਲਿਸ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਉਹਨਾਂ ਦੇ ਧਿਆਨ ਵਿੱਚ ਇਹ ਗੱਲ ਆ ਜੇ ਕਿ ਫਲਾਂ ਬੰਦੇ ਨੇ ਨਫ਼ਰਤੀ ਭਾਸ਼ਣ ਕੀਤਾ ਹੈ ਤੇ ਇਹ ਨਾ ਉਡੀਕੋ ਕਿ ਉਹਦੀ ਕੋਈ ਕੰਪਲੇਂਟ ਕਰੂਗਾ, ਤੁਸੀਂ ਉਹਨੂੰ ਸੂ ਮੱਟੋ। ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਮੁਕੱਦਮਾ ਦਰਜ ਕਰੋ। ਇਹ ਕਨਸਟੀਟਿਊਸ਼ਨ ਦੇ ਵਿੱਚ ਪ੍ਰਬੰਧ ਕੀਤਾ ਕਿ ਨਫ਼ਰਤੀ ਭਾਸ਼ਣ ਨਹੀਂ ਹੋਣਾ ਚਾਹੀਦਾ। ਇਹ ਗੱਲ ਦੇਸ਼ ਦੀ ਸੁਪਰੀਮ ਕੋਰਟ ਨੇ ਕਹੀ ਹੈ, ਕਹੀ ਨਹੀਂ ਕਿਸਮ ਦਾ ਹੁਕਮ ਦਿੱਤਾ ਵੈ, ਹਦਾਇਤਾਂ ਦਿੱਤੀਆਂ, ਹਦਾਇਤਾਂ ਜਾਰੀ ਕਰਤੀਆਂ, ਤੇ ਅਜੇ ਜਿਹੜੀਆਂ ਪਟੀਸ਼ਨਾਂ ਪਈਆਂ ਉਹਨਾਂ ਪਟੀਸ਼ਨਾਂ ਦਾ ਫੈਸਲਾ ਹੋਣਾ ਜੀ, ਕਿਉਂਕਿ ਉਹਨਾਂ ਪਟੀਸ਼ਨਾਂ ਦੇ ਰਾਹੀਂ ਇਹ ਮੰਗ ਕੀਤੀ ਗਈ ਹੈ ਕਿ ਜਿਨ੍ਹਾਂ ਨੇ ਧਰਮ ਸੰਸਥਾ ਲਾ ਕੇ ਨਫ਼ਰਤੀ ਭਾਸ਼ਣ ਦਿੱਤੇ, ਇੱਕ ਤਬਕੇ ਨੂੰ, ਇੱਕ ਫਿਰਕੇ ਨੂੰ, ਇੱਕ ਭਾਈਚਾਰੇ ਨੂੰ ਟਾਰਗੇਟ ਬਣਾਇਆ ਹੋਇਆ ਜੀ, ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। ਇਹ ਮਾਮਲਾ ਤਾਂ ਵਿਚਾਰਨਾ ਅਗਲੇ ਦਿਨ ਸੁਪਰੀਮ ਕੋਰਟ ਵਿਚਾਰੂਗੀ ਜੀ। ਹੁਣ ਅਸਲ ਦੇ ਵਿੱਚ ਇਹ ਹੈ ਕਿ ਜਿਹੜੇ ਬੰਦੇ ਨੂੰ ਹੁਣ ਕੈਦ ਹੋਈ ਹੈ, ਪਤਾ ਨਹੀਂ, ਮੇਰਾ ਖਿਆਲ ਹੈ ਵੀ ਜੋ ਸੁਪਰੀਮ ਕੋਰਟ ਨੇ ਕਹਿਤਾ ਤੇ ਉਹਨੂੰ ਹੀ ਇੱਕ ਮਤਲਬ ਮਿਸਾਲ ਬਣਾ ਲਿਆ ਜੀ। ਉਹਦਾ ਨਾਮ ਹੈ ਆਜ਼ਮ ਖਾਨ। ਆਜ਼ਮ ਖਾਨ ਉਮਰ ਦੇ ਲਿਹਾਜ਼ ਨਾਲ ਬਹੁਤ ਬਜ਼ੁਰਗ ਕਹਿ ਸਕਦੇ ਆਪਾਂ ਜੀ, ਤੇ ਜਿੱਦਾਂ ਦੀ ਜੋਗੀ ਸਰਕਾਰ ਬਣੀ ਹੈ ਉਸ ਸਰਕਾਰ ਦਾ ਜਿਹੜਾ ਜ਼ਿਆਦਾ ਸਮਾਂ ਆਜ਼ਮ ਖਾਨ ਨੇ ਜੇਲ੍ਹ 'ਚ ਹੀ ਬਿਤਾਇਆ। ਅੱਛਾ ਜੀ। ਆਜ਼ਮ ਖਾਨ ਆਪਣੇ ਇਲਾਕੇ ਦਾ, ਰਾਮਪੁਰ ਦਾ ਬਹੁਤ ਹੀ ਹਰਮਨ ਪਿਆਰਾ ਵਿਅਕਤੀ ਹੈ। ਪਾਰਲੀਮੈਂਟ ਵੀ ਉਹ ਜਿੱਤਦਾ ਰਿਹਾ ਜੀ। ਜੇ ਉਹ ਜੇਲ੍ਹ ਦੇ ਵਿੱਚ ਸੀ, ਉਹਦੀ ਗੈਰ ਮੌਜੂਦਗੀ ਦੇ ਵਿੱਚ ਉਹ ਆਪ ਖੜਾ ਹੋਇਆ, ਉਹਦੀ ਵਾਈਫ ਖੜੀ ਹੋਈ ਜਾਂ ਉਹਦਾ ਬੇਟਾ ਖੜਾ ਹੋਇਆ, ਉਹ ਵੀ ਉੱਥੋਂ ਉਹਨਾਂ ਦਾ MLA ਬਣਦਾ ਰਿਹਾ ਜੀ। ਹੁਣ ਵੀ ਉਹ ਬੰਦਾ MLA ਹੈ ਇਸ ਵੇਲੇ, ਪਰ ਹੁਣ ਸਜ਼ਾ ਹੋਗੀ 3 ਸਾਲ ਦੀ ਜੀ, ਤੇ ਉਹਦੀ ਜਿਹੜੀ ਹੈਗੀ ਆ ਵਿਧਾਇਕੀ ਵੀ ਖਤਮ ਹੋ ਜਾਣੀ ਹੈ। ਮੈਂ ਕਿਹਾ ਕਿ ਉਹ ਬਹੁਤ ਲੰਬਾ ਸਮਾਂ ਅੰਦਰ ਰਿਹਾ ਤੇ ਉਹਨੂੰ ਇੱਕ ਕੇਸ ਦੇ ਵਿੱਚ ਜ਼ਮਾਨਤ ਮਿਲਦੀ ਸੀ, ਦੂਜਾ ਕੇਸ ਖੜਾ ਹੋ ਜਾਂਦਾ ਸੀ ਜੀ। ਮਤਲਬ ਜੇ ਮੈਨੂੰ ਜਿੰਨੀ ਕੀ ਜਾਣਕਾਰੀ ਹੈ, ਮੇਰੇ ਖਿਆਲ ਮੁਤਾਬਕ 80 ਤੋਂ ਵੱਧ ਮੁਕੱਦਮੇ ਉਹਦੇ ਖਿਲਾਫ ਦਰਜ ਹੋਏ ਜੀ। ਔਰ ਫਿਰ ਸੁਪਰੀਮ ਕੋਰਟ ਨੇ ਉਹਨੂੰ ਜਿਹੜੀ ਹੈਗੀ ਰਿਲੀਫ ਦਿੱਤੀ ਸੀ ਕਿ ਬੰਦੇ ਨੂੰ ਛੱਡੋ, ਇੰਨੀ ਦੇਰ ਹੋ ਗਈ। ਉਹਦੇ ਖਿਲਾਫ ਹੁਣ ਜਿਹੜਾ ਕੇਸ ਹੈ, ਇਹ ਕੇਸ ਹੈ 2019 ਦੀ ਲੋਕ ਸਭਾ ਚੋਣ ਦਾ। ਉਦੋਂ ਕਿਤੇ ਉਹ ਭਾਸ਼ਣ ਕਰ ਰਿਹਾ ਸੀ ਚੋਣ ਦੇ ਦੌਰਾਨ ਜੀ, ਤੇ ਉਸ ਭਾਸ਼ਣ ਦੇ ਵਿੱਚ ਉਹਨੇ ਟਾਰਗੇਟ ਕੀਤਾ ਸੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਜੀ ਟਾਰਗੇਟ ਕੀਤਾ ਸੀ। ਤੇ ਫਿਰ ਉਹਨਾਂ ਤੇ ਕੇਸ ਚੱਲ ਪਿਆ। ਤੇ ਕੇਸ ਤੇ ਭਾਵੇਂ ਉਹ ਅੰਦਰ ਵੀ ਰਹੇ ਸੀ ਜੀ, ਕੇਸ ਦੇ ਵਿੱਚ ਗਵਾਹੀਆਂ ਵਗੈਰਾ ਹੋ ਗਈਆਂ। ਤਾਂ ਉਸੇ ਵੇਲੇ ਇਹ ਕੇਸ ਬਣਦਾ ਕਿ ਨਹੀਂ ਬਣਦਾ ਜੀ, ਇਸ ਮੁੱਦੇ ਨੂੰ ਲੈ ਕੇ ਉਹ ਬੰਦੇ ਨੇ ਜਿਹੜੀ ਇਲਾਹਾਬਾਦ ਹਾਈ ਕੋਰਟ ਹੈ, ਜੇ ਉਹਦਾ ਪਤਾ ਨਹੀਂ ਬੈਂਚ ਕਿਹੜਾ, ਲਖਨਊ ਬੈਂਚ ਹੈ ਜਾਂ ਇਲਾਹਾਬਾਦ ਬੈਂਚ ਹੈ ਜੀ, ਉੱਥੇ ਉਹਨੇ ਇੱਕ ਪਟੀਸ਼ਨ ਪਾਤੀ ਕਿ ਮੇਰੇ ਖਿਲਾਫ ਜਿਹੜਾ ਹੈਗਾ ਇਹ ਕੇਸ ਜਿਹੜਾ ਬਣਿਆ ਹੋਇਆ ਹੈ, ਇਹ ਕੇਸ ਠੀਕ ਨਹੀਂ ਗਾ ਤੇ ਇਹਦੇ ਤੇ ਹਾਈ ਕੋਰਟ ਸੁਣਵਾਈ ਕਰੇ। ਤੇ ਅਗਲੇ ਦਿਨਾਂ 'ਚ ਹਾਈ ਕੋਰਟ 'ਚ ਉੱਥੇ ਸੁਣਵਾਈ ਹੋਣੀ ਹੈ ਜੀ ਜੀ। ਹੁਣ ਜਦੋਂ ਅਦਾਲਤ ਦੇ ਵਿੱਚ ਗਵਾਹੀਆਂ ਵਗੈਰਾ ਹੋ ਗਈਆਂ ਤੇ ਉਹਨੇ ਉੱਥੇ ਸਵਾਲ ਖੜਾ ਕਰਤਾ ਜੀ। ਉਹਨੇ ਕਿਹਾ ਵੀ ਮੇਰੀ ਅਦਾਲਤ ਨੂੰ ਕਿਹਾ ਸਾਡੀ ਸਨਿਮਰ ਬੇਨਤੀ ਹੈ ਕਿ ਤਾਰੀਖ ਪਾ ਦਿਓ ਤੇ ਹਾਈ ਕੋਰਟ ਦਾ ਫੈਸਲਾ ਉਡੀਕ ਲਓ ਕਿ ਕੀ ਹੁੰਦਾ ਜੀ। ਲੇਕਿਨ ਅਦਾਲਤ ਨੇ ਕਹਿੰਦਾ ਨਹੀਂ, ਤਾਰੀਖ ਨਹੀਂ, ਫੈਸਲਾ। ਤੇ ਹੁਣ ਜੀ ਫੈਸਲਾ ਸੁਣਾ ਦਿੱਤਾ ਹੈ
25,000 ਰੁਪਈਆ ਬੰਦੇ ਨੂੰ ਜੁਰਮਾਨਾ ਕਰਤਾ, ਅੱਛਾ ਜੀ, 3 ਸਾਲ ਦੀ ਕੈਦ ਕਰਤੀ। ਵਕਤੀ ਤੌਰ ਦੇ ਉੱਤੇ ਜਦੋਂ ਉਹਨੂੰ ਗਿਲਟੀ ਕਰਾਰ ਦਿੱਤਾ ਸੀ, ਉਹਨੂੰ ਡਿਟੇਨ ਵੀ ਕੀਤਾ ਗਿਆ। ਡਿਟੇਨ ਵੀ ਕੀਤਾ ਸੀ। ਡਿਟੇਨ ਕਰਕੇ ਕੋਰਟ 'ਚ ਬਾਹਰ ਡਿਟੇਨ ਕਰਨਾ ਹੁੰਦਾ ਹੈ, ਹੂੰ। ਕਿਉਂਕਿ ਗਿਲਟੀ ਕਰਾਰ ਦਿੱਤਾ, ਡਿਟੇਨ ਕਰ ਲਿਆ ਅਦਾਲਤ ਨੇ ਫਿਰ ਜਿਹੜੀ ਸਜ਼ਾ ਦੀ ਮਾਤਰਾ ਸੁਣਾਉਣੀ ਹੈ ਕਿ ਕਿੰਨੀ ਸੁਣਾਉਣੀ ਹੈ। 3 ਸਾਲ ਤੱਕ ਦੀ ਸਜ਼ਾ ਜਿਹੜੀ ਇਹ ਜੇ ਬੰਦੇ ਨੂੰ ਹੋ ਜੇ ਤਾਂ ਉਹੀ ਅਦਾਲਤ ਉਹਦੀ ਜ਼ਮਾਨਤ ਲੈ ਲੈਂਦੀ ਹੈ ਤੇ ਉਹਨੂੰ ਮੌਕਾ ਦੇ ਦਿੰਦੀ ਹੈ ਕਿ ਭਾਈ ਤੂੰ ਆਪਣੀ ਰੈਗੂਲਰ ਜ਼ਮਾਨਤ ਉੱਪਰੋਂ ਕਰਾ ਲੈ। ਉਹਨੂੰ ਰੈਗੂਲਰ ਜ਼ਮਾਨਤ ਉੱਪਰ ਕਰਾਉਣ ਵਾਸਤੇ ਜਾਊਗਾ ਤੇ ਇਹ ਜਿਹੜੀ ਹੈਗੀ ਹੈ ਜਜਮੈਂਟ, ਇਸ ਜਜਮੈਂਟ ਨੂੰ ਵੀ ਚੈਲੰਜ ਕਰੂਗਾ ਕਿਉਂਕਿ ਆਲਰੇਡੀ ਉਹਦੀ ਹੈਗੀ ਹੈ। ਵੱਡੀ ਗੱਲ ਹੁਣ ਇਹ ਹੈ ਕਿ ਇਹ ਘੱਟ ਗਿਣਤੀਆਂ ਨੂੰ ਹੀ ਟਾਰਗੇਟ ਕਿਉਂ ਕੀਤਾ ਹੈ। ਬਹੁਤ ਸਾਰੇ ਬੰਦੇ ਹੈ। ਇੱਕ ਤੁਹਾਡੇ ਯਾਦ ਹੋਣਾ ਉਹਦੇ ਬੀਜੇਪੀ ਦਾ ਇੱਕ ਲੀਡਰ ਸੀ ਜੀ, ਮੇਰੇ ਨਾਂ ਨਿਕਲ ਗਿਆ ਦਿਮਾਗ ਦੇ ਵਿੱਚ, ਉਹਦਾ ਨਾਂ ਕੀ ਹੈ। ਜਦੋਂ ਟਰੰਪ ਇਸ ਦੇਸ਼ ਦੇ ਵਿੱਚ ਆਇਆ ਸੀ ਜੀ, ਉਹਨਾਂ ਦਿਨਾਂ ਦੇ ਵਿੱਚ ਸ਼ਾਹੀਨ ਬਾਗ ਦਾ ਜਿਹੜਾ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਇੱਕ ਅੰਦੋਲਨ ਚੱਲਦਾ ਸੀ। ਸ਼ਾਹੀਨ ਬਾਗ ਦੇ ਵਿੱਚ ਮੋਰਚਾ ਲੱਗਿਆ ਸੀ। ਅੱਛਾ ਜੀ, ਬੜਾ ਵੱਡਾ ਧਰਨਾ ਲੱਗਿਆ ਹੋਇਆ ਸੀ। ਤੇ ਇੱਕ ਜਿਹੜਾ ਹੈਗਾ ਸਟੇਸ਼ਨ ਦੇ ਕੋਲੇ ਕੁਛ ਜਿਹੜੇ ਹੈਗੇ ਮੁਸਲਿਮ ਔਰਤਾਂ ਉਹ ਵੀ ਉੱਥੇ ਆਪਦਾ ਪ੍ਰੋਟੈਸਟ ਕਰਦੀਆਂ ਸੀ ਜੀ। ਡੀਸੀਪੀ ਪੁਲਿਸ ਦਾ ਕੋਲੇ ਖਲੋਤਾ ਹੈ ਜੀ, ਔਰ ਉਹ ਡੀਸੀਪੀ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਨਾਂ ਨੂੰ ਉਠਾ ਦਿਓ। ਉਹਨਾਂ ਨੂੰ ਨਫ਼ਰਤ ਨਾਲ ਕਹਿ ਕੇ ਇਹਨਾਂ ਨੂੰ ਉਠਾ ਦਿਓ ਜੀ। ਜੇ ਨਾ ਉਠਾਓਗੇ ਤੇ ਫਿਰ ਟਰੰਪ ਨੂੰ ਚਲਾ ਜਾਣ ਦਿਓ ਜੀ, ਅਮਰੀਕੀ ਰਾਸ਼ਟਰਪਤੀ ਨੂੰ ਦੌਰਾ ਮੁਕੰਮਲ ਕਰ ਲੈਣ ਦਿਓ ਤੇ ਫਿਰ ਅਸੀਂ ਦੇਖਾਂਗੇ ਕਿ ਕਿਵੇਂ ਉਠਾਉਣਾ ਜੀ। ਉਹਦੇ ਭਾਸ਼ਣ ਦੇ ਵਿੱਚੋਂ ਅੱਗ ਵਰਦੀ ਸੀ ਔਰ ਡੀਸੀਪੀ ਬਿਲਕੁਲ ਆਗਿਆਕਾਰ ਬਣ ਕੇ ਕੋਲੇ ਖੜਾ ਸੀ। ਉਹਨੇ ਕੋਈ ਕਾਰਵਾਈ ਨਹੀਂ ਕੀਤੀ। ਇੱਕ ਹੋਰ ਹੈ, ਨਾਂ ਬਹੁਤ ਪਿਆਰਾ ਹੈ, ਸੰਗੀਤ ਸੋਮ। ਉਹ ਜਿਹੜਾ ਹੈਗਾ ਤੁਹਾਡਾ ਆਪਣੀ ਕੀ ਕਹਾਂਗੇ ਇਹਨੂੰ ਆਪਾਂ, ਪੱਛਮੀ ਉੱਤਰ ਪ੍ਰਦੇਸ਼ ਹੈ ਕੀ ਹੈ ਜਿਹੜੀ ਆ ਬਾਗਪਤ ਵਗੈਰਾ ਦਾ ਇਲਾਕਾ, ਵੈਸਟਰਨ ਯੂਪੀ ਆ ਗਿਆ ਨਾਲ ਹੀ, ਵੈਸਟਰਨ ਯੂਪੀ ਆ ਗਿਆ। ਇਸ ਇਲਾਕੇ ਨੂੰ ਉਹ ਬਿਲੋਂਗ ਕਰਦੇ ਹੈ ਉਹ ਆਪਣੇ ਰਾਜਪੂਤ ਕਮਿਊਨਿਟੀ ਦੇ ਵਿੱਚੋਂ। ਉਹਨਾਂ ਨੇ ਇੱਕ ਤੋਂ ਵੱਧ ਵਾਰ ਨਫ਼ਰਤੀ ਕਿਸਮ ਦੀਆਂ ਤਕਰੀਰਾਂ ਕੀਤੀਆਂ, ਨਫ਼ਰਤੀ ਕਿਸਮ ਦੇ ਬਿਆਨ ਦਿੱਤੇ ਹੈ, ਲੇਕਿਨ ਕਿਸੇ ਦੇ ਖਿਲਾਫ ਕੋਈ ਕੇਸ ਰਜਿਸਟਰ ਨਹੀਂ ਹੋਇਆ। ਮੋਦੀ ਸਾਹਿਬ ਦੀ ਕੈਬਨਿਟ ਦੇ ਵਿੱਚ ਹੈ ਜੀ ਇੱਕ ਵਜ਼ੀਰ ਸਾਹਿਬ ਹੈ, ਨਾਂ ਅਨੁਰਾਗ ਠਾਕਰ। ਅਨੁਰਾਗ ਠਾਕਰ ਨੇ ਸ਼ਰੇਆਮ ਜਿਹੜੀਆਂ ਹੁਣ ਮੌਜੂਦਾ ਆਪਣੀ ਅਸੈਂਬਲੀ ਹੈ ਦਿੱਲੀ ਦੀ, ਇਸ ਅਸੈਂਬਲੀ ਦੀਆਂ ਚੋਣਾਂ ਦੇ ਦੌਰਾਨ ਉਹਨਾਂ ਨੇ ਕੀ ਕਿਹਾ ਸੀ, ਦੇਸ਼ ਕੇ ਗਦਾरों को ਗੋਲੀ ਮਾਰੋ। ਜੇ ਇੱਕ ਕੇਂਦਰੀ ਵਜ਼ੀਰ ਇਹ ਖੜ ਕੇ ਕਹਿੰਦਾ ਕਿ ਇਹਨੂੰ ਗੋਲੀ ਮਾਰੋ, ਟੀਵੀ ਚੈਨਲਾਂ ਦੇ ਉੱਤੇ ਸਾਰਾ ਕੁਝ ਬਣ ਗਿਆ ਜੀ, ਸਾਰੇ ਨਾਰਾ ਬਣ ਗਿਆ, ਨਾਰਾ ਬਣ ਗਿਆ ਭਾਰਤ ਦੇ ਵਿੱਚ। ਔਰ ਇਦੋਂ ਵੱਧ ਨਫ਼ਰਤ ਕੋਈ ਹੋ ਨਹੀਂ ਸਕਦੀ। ਆਜ਼ਮ ਖਾਨ 80 ਸਾਲ ਦੀ ਉਮਰ ਤੋਂ ਵੱਧ ਹੈ ਜੀ। ਉਹ ਬੰਦਾ ਜੇ ਪ੍ਰਧਾਨ ਮੰਤਰੀ ਨੂੰ ਟਾਰਗੇਟ ਕਰਦਾ ਹੈ, ਮੁੱਖ ਮੰਤਰੀ ਨੂੰ ਟਾਰਗੇਟ ਕਰਦਾ ਹੈ, 2019 ਦੀਆਂ ਚੋਣਾਂ 3 ਸਾਲਾਂ 'ਚ 22 ਤੱਕ ਉਹਦਾ ਫੈਸਲਾ ਹੋ ਜਾਂਦਾ ਹੈ ਤੇ ਉਹ ਬੰਦੇ ਨੂੰ ਕੈਦ ਕਰਤੀ ਜਾਂਦੀ ਹੈ। ਦੂਜੇ ਪਾਸੇ ਜਿਹੜੇ ਹਾਈ ਅਪਸ ਹੈ ਜੀ, ਜਿਹੜੇ ਵੱਡੇ ਵੱਡੇ ਲੋਕ ਹੈ ਔਰ ਉਹ ਜੁੜੇ ਭਾਰਤੀ ਜਨਤਾ ਪਾਰਟੀ ਨਾਲ ਹੈ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ। ਇੱਥੋਂ ਤੱਕ ਕਿ ਜਿਹੜੇ ਲੋਕ ਜਿਹੜੇ ਤੁਹਾਡੇ ਯਾਦ ਹੋਣਾ ਹੈ, ਅਖਲਾਕ ਨਾਂ ਦੇ ਇੱਕ ਸ਼ਖਸ ਨੂੰ ਦਾਦਰੀ ਦੇ ਵਿੱਚ ਇਸ ਕਰਕੇ ਕੁੱਟ ਕੇ ਮਾਰ ਦਿੱਤਾ ਸੀ। ਪਿੰਡ ਦੇ ਮੰਦਿਰ ਦੇ ਵਿੱਚੋਂ ਅਨਾਉਂਸਮੈਂਟ ਕਰਕੇ ਕਿ ਚਲੋ ਉਹਦੇ ਘਰ ਦੇ ਫਰਿੱਜ ਦੇ ਵਿੱਚ ਜਿਹੜੇ ਹੈਗੀ ਆ ਬੀਫ ਪਿਆ, ਉਹ ਬੀਫ ਸੀ ਜਾਂ ਨਹੀਂ ਸੀ ਉਹਨੂੰ ਆਪਾਂ ਛੱਡ ਦਈਏ। ਉਹ ਬੰਦੇ ਨੂੰ ਕੁੱਟ ਕੇ ਮਾਰ ਦਿੱਤਾ ਸੀ, ਉਹਦੀ ਬੁਰੀ ਹਾਲਤ ਹੋ ਗਈ ਸੀ। ਔਰ ਜਿਨ੍ਹਾਂ ਲੋਕਾਂ ਨੇ ਕੁੱਟ ਕੇ ਮਾਰਿਆ ਸੀ, ਜਦੋਂ ਉਹਨਾਂ ਦੀਆਂ ਜ਼ਮਾਨਤਾਂ ਹੋ ਗਈਆਂ ਸੀ, ਉਹਨਾਂ ਨੂੰ ਹਾਰ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਸੀ। ਜਿਵੇਂ ਬਿਲਕੁਲ ਸਪਾਨੋ ਦੇ ਜਿਵੇਂ ਦੋਸ਼ੀਆਂ ਦਾ ਸਨਮਾਨ ਕੀਤਾ ਗਿਆ ਤੇ ਉਹਨਾਂ ਨੂੰ ਜਿਹੜਾ ਹੈਗਾ ਇੱਕ ਚੋਣ ਜਲਸੇ ਦੇ ਵਿੱਚ ਅੱਗੇ ਕਰਕੇ ਬਿਠਾਇਆ ਗਿਆ ਸੀ, ਗਲਾਂ ਦੇ ਵਿੱਚ ਹਾਰ ਪਾ ਕੇ। ਹੁਣ ਮੇਰਾ ਮੰਨਣਾ ਕਿ ਸਾਡੀ ਇੱਕ ਹੈਰਾਨਗੀ ਦੀ ਗੱਲ ਹੈ ਕਿ ਦੇਸ਼ ਦੀਆਂ ਅਦਾਲਤਾਂ ਨੂੰ ਇਹ ਸਭ ਕੁਝ ਕਿਉਂ ਨਹੀਂ ਦਿਖਦਾ। ਜੀ ਬਿਲਕੁਲ, ਜੇ ਜੁਰਮ ਘੱਟ ਗਿਣਤੀ ਭਾਈਚਾਰੇ ਦਾ ਬੰਦਾ ਕਰਦਾ, ਹੁਣ ਤੁਸੀਂ ਬਾਕੀ ਛੱਡ ਦਿਓ, ਤੁਸੀਂ ਗੱਲਾਂ। ਰਾਮ ਰਹੀਮ ਹੈ, ਰਾਮ ਰਹੀਮ ਨੂੰ ਆਪਣੀਆਂ 2 ਸਾਧਵੀਆਂ ਨੂੰ ਹਬਸ ਦਾ ਸ਼ਿਕਾਰ ਬਣਾਉਣ ਦੇ ਮਾਮਲੇ 'ਚ ਕੈਦ ਹੋਈ ਹੈ। ਇੱਕ ਪੱਤਰਕਾਰ ਨੂੰ ਕਤਲ ਕਰਨ ਦੇ ਮਾਮਲੇ 'ਚ ਕੈਦ ਹੋਈ ਹੈ। ਇੱਕ ਜਿਹੜਾ ਹੈਗਾ ਉਹਨਾਂ ਦੇ ਆਪਣੇ ਸੈਕਟਰ ਨਾਲ ਜੁੜਿਆ ਹੋਇਆ ਬੰਦਾ ਸੀ ਰਣਜੀਤ ਸਿੰਘ, ਉਹਨੂੰ ਕਤਲ ਕਰਨ ਦੇ ਵਿੱਚ ਉਹਨੂੰ ਸਜ਼ਾ ਹੋਈ ਹੈ। ਇਹ ਸਾਰਾ ਕੁਝ ਹੋ ਗਿਆ। ਮਤਲਬ ਜੇ ਆਪਾਂ ਦੇਖੀਏ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਉਹ ਪੂਰੀ ਤਾਂ ਕਾਨੂੰਨ ਨੇ ਉਹਨੂੰ ਦੋਸ਼ੀ ਕਰਾਰ ਦਿੱਤਾ। ਉਹ ਬੰਦਾ ਜੇਲ੍ਹ 'ਚ ਕੈਦ ਭੁਗਤ ਰਿਹਾ ਹੈ, ਉਹਨੂੰ ਜ਼ਮਾਨਤ ਆਪਣੀ ਪੈਰੋਲ ਮਿਲ ਗਈ ਤੇ ਪੈਰੋਲ ਉਹਦਾ ਹੱਕ ਹੈ, ਪੈਰੋਲ ਮਿਲਣੀ ਚਾਹੀਦੀ ਹੈ। ਪੈਰੋਲ ਹਰ ਜਿਹੜਾ ਹੈਗਾ ਬੰਦੀ ਦਾ, ਹਰ ਕੈਦੀ ਦਾ ਹੱਕ ਹੈ, ਉਹਨੂੰ ਮਿਲਣੀ ਚਾਹੀਦੀ ਹੈ। ਪਰ ਪੈਰੋਲ ਮਿਲਦੀ ਉਹਨੂੰ ਕਿਸ ਮੌਕੇ ਤੇ ਹੈ, ਇਹ ਵੀ ਵੇਖਣ ਵਾਲੀ ਗੱਲ। ਇਹ ਵੇਖਣਾ ਕਿ ਜਦੋਂ ਚੋਣਾਂ ਹੁੰਦੀਆਂ ਪੈਰੋਲ ਉਦੋਂ ਹੀ ਕਿਉਂ ਮਿਲਦੀ ਹੈ।
ਕੱਲ ਪੱਤਰਕਾਰਾਂ ਨੇ ਪੁੱਛ ਲਿਆ ਸੀ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਹਿਬ ਨੂੰ, ਚਾਹ ਤੇ ਸੱਦੇ ਸੀ ਇਹ ਕਈ ਪੱਤਰਕਾਰ ਵੀ। ਚਲੋ ਜੋ ਵੀ ਆ ਉਹ ਤਾਂ ਜੀ ਚਾਹ ਤੇ ਸੱਦਣ ਤੇ ਚਾਹੇ ਚੂਹ ਤਾਂ ਖੈਰ ਉਹ ਮੇਰੇ ਖਿਆਲ ਨਹੀਂ ਵੜਨ ਦੇ ਘਰੇ ਆਪਦੇ, ਚਾਹ ਵਾਲੇ ਜ਼ਰੂਰ ਹੈ। ਉਹਨਾਂ ਨੇ ਪੁੱਛਿਆ ਕਿ ਤੁਸੀਂ ਦੱਸੋ ਜੀ ਤੁਸੀਂ ਇਹਦੇ ਬਾਰੇ ਕਿਉਂ, ਕਹਿੰਦਾ ਮੈਂ ਤਾਂ ਕੁਝ ਨਹੀਂ ਕੀਤਾ, ਮੇਰਾ ਕੋਈ ਲਾਗਾ ਨਹੀਂ ਰਾਮ ਰਹੀਮ ਦੇ ਕੇਸ ਨਾਲ। ਉਹਨੂੰ ਉਹਦੇ ਮੁਤਾਬਕ ਹੋ ਗਿਆ। ਪਰ ਹੁਣ ਜੇ ਆਪਾਂ ਦੇਖੀਏ ਰਾਮ ਰਹੀਮ ਦੇ ਮਾਮਲੇ ਵਿੱਚ, ਰਾਮ ਰਹੀਮ ਜਦੋਂ ਹੁਣ ਆਪਣੀਆਂ ਉਹ ਕਰਦੇ ਹੈ ਸਤਸੰਗ ਕਰਦੇ ਹੈ, ਆਨਲਾਈਨ ਸਤਸੰਗ ਕਰਦੇ ਹੈ, ਹਰਿਆਣਾ ਹੋਵੇ ਜੀ, ਹਿਮਾਚਲ ਪ੍ਰਦੇਸ਼ ਹੋਵੇ, ਗੁਜਰਾਤ ਦੀ ਤਾਂ ਹਾਲੇ ਹੈ ਨਹੀਂ ਜਿੱਥੇ ਚੋਣਾਂ ਹੋ ਰਹੀਆਂ, ਉਹਨਾਂ ਥਾਵਾਂ ਦੇ ਜਿਹੜੇ ਵੱਡੇ ਵੱਡੇ ਆ ਬੀਜੇਪੀ ਦੇ ਲੀਡਰ ਜੀ, ਉਹਨਾਂ ਚੋਣਾਂ ਦੇ ਵਿੱਚ ਆਪਣੇ ਥੋੜੀ ਜਿਹੜੀ ਆਨਲਾਈਨ ਸਤਸੰਗ ਦੇ ਵਿੱਚ ਖੜੇ ਹੋ ਕੇ ਆਪਣੀ ਹਾਜ਼ਰੀ ਲਵਾਉਂਦੇ ਆ, ਪ੍ਰਭਾਵ ਦਿੰਦੇ ਆ, ਆਸ਼ੀਰਵਾਦ ਦਿੰਦੇ ਆ। ਆਸ਼ੀਰਵਾਦ ਜਦੋਂ ਇੱਕ ਬੰਦੇ ਨੂੰ ਮਿਲਦਾ ਇੱਕ ਵਿਸ਼ੇਸ਼ ਪਾਰਟੀ ਦੇ ਨੂੰ, ਦੂਜੀਆਂ ਪਾਰਟੀਆਂ ਵਾਲੇ ਤਾਂ ਉੱਥੇ ਹਾਜ਼ਰ ਹੁੰਦੇ ਨਹੀਂ, ਉਹ ਇੱਕ ਇਸ਼ਾਰਾ ਮਾਤਰ ਹੁੰਦਾ ਕਿ ਭਾਈ ਆਪਾਂ ਵੋਟਾਂ ਕਿਹੜੇ ਪਾਸੇ ਨੂੰ ਪਾਉਣਗੇ। ਨੰਬਰ 1। ਦੂਜੀ ਗੱਲ ਹੁਣ ਇੱਥੇ ਇਹ ਆਉਂਦੀ ਹੈ ਕਿ ਬਹੁਤ ਲੰਬੇ ਸਮੇਂ ਤੋਂ ਜਿਹੜੇ ਬੰਦੇ ਜਵਾਨੀ ਵੇਲੇ ਜੇਲ੍ਹਾਂ 'ਚ ਗਏ ਸੀ ਜੀ, ਬੇਸ਼ੱਕ ਉਹਨਾਂ ਦੇ ਉੱਤੇ ਮਤਲਬ ਮੁਕੱਦਮੇ ਉਹ ਸੀ ਕਿ ਉਹਨਾਂ ਨੇ ਅਪਰਾਧ ਕੀਤੇ ਹੈ। ਕਈ ਲੋਕ ਉਹਨਾਂ 'ਚ ਉਹ ਵੀ ਹੈ ਜਿਹੜੇ ਮੰਨਦੇ ਆ ਕਿ ਹਾਂ ਅਸੀਂ ਅਪਰਾਧ ਕੀਤਾ ਸੀ, ਜੁਰਮ ਕੀਤਾ ਹੈ, ਲੇਕਿਨ ਜਿੰਨਾ ਉਹਨਾਂ ਨੇ ਜੁਰਮ ਕੀਤਾ ਸੀ, ਜਿੰਨੀਆਂ ਉਹਨਾਂ ਨੂੰ ਸਜ਼ਾਵਾਂ ਹੋ ਚੁੱਕੀਆਂ, ਸਜ਼ਾਵਾਂ ਪੂਰੀਆਂ ਵੀ ਕਰਤੀਆਂ, ਔਰ ਉਹ ਵੀ ਸਿੱਖ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ, ਉਹਨਾਂ ਨੂੰ ਫਿਰ ਜੇਲ੍ਹਾਂ ਦੇ ਵਿੱਚ ਕਿਉਂ ਰੱਖਿਆ ਹੋਇਆ? ਇਹ ਹੁਣ ਸਵਾਲ ਹੈ। ਵੈਸੇ ਨਫ਼ਰਤੀ ਭਾਸ਼ਣਾਂ ਦੇ ਅਸੀਂ ਖਿਲਾਫ ਹਾਂ, ਸਾਨੂੰ ਖੁਸ਼ੀ ਵੀ ਹੋਈ ਹੈ, ਅਸੀਂ ਤਾਰੀਫ ਵੀ ਕਰਦੇ ਹਾਂ ਮਾਨਯੋਗ ਸੁਪਰੀਮ ਕੋਰਟ ਦੀ, ਜਿਨ੍ਹਾਂ ਨੇ ਕਿਹਾ ਕਿ ਪੁਲਿਸ ਦੀ ਡਿਊਟੀ ਬਣਦੀ ਹੈ ਤੁਸੀਂ ਤੁਰੰਤ ਆਪਣੇ ਪੱਧਰ ਤੇ ਦਾ ਨੋਟਿਸ ਲਓ, ਲੇਕਿਨ ਇਹ ਵੀ ਹੈ ਕਿ ਘੱਟ ਗਿਣਤੀ ਤੇ ਬਹੁ ਗਿਣਤੀ ਭਾਈਚਾਰੇ ਪ੍ਰਤੀ ਆਪੋਜੀਸ਼ਨ ਤੇ ਹਾਕਮ ਧਿਰ ਦੇ ਵਿੱਚ ਇਹ ਜਿਹੜਾ ਹੈਗਾ ਕਿਸੇ ਕਿਸਮ ਦਾ ਬਖਰੇਵਾ ਨਹੀਂ ਹੋਣਾ ਚਾਹੀਦਾ। ਕਾਨੂੰਨ ਦੇ ਸਾਹਮਣੇ ਸਾਰੇ ਇੱਕੋ ਜਿਹੇ ਹੁੰਦੇ ਆ। ਦੇਸ਼ ਦਾ ਕਾਨੂੰਨ ਹੈ ਜੀ, ਦੇਸ਼ ਦਾ ਸੰਵਿਧਾਨ ਹੈ, ਇਕੁਐਲਿਟੀ ਹੈ। ਵਾਸ਼ਿੰਗਟਨ ਫਰੇਟ ਸਰਵਿਸ ਸ਼ਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੇ ਨੇ ਜੀ, ਬਹੁਤ ਵਧੀਆ ਬੋਨਸ ਦੇ ਰਹੇ ਨੇ। ਜਲਦੀ ਨਾਲ ਜਗਦੇਵ ਸਿੰਘ ਸੰਧੂ ਹੋਰਾਂ ਨਾਲ 2532666924 ਤੇ ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ 2063544060 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ, ਹੁਣ ਆਪਾਂ ਇਹ ਵੀ ਇੱਕ ਸਜ਼ਾ ਹੈ ਜਿਹੜਾ ਕਾਲੇ ਦੌਰ ਦਾ ਭੂਤ ਹੈ, ਜਿਹੜਾ ਫਰਜ਼ੀ ਮੁਕਾਬਲਿਆਂ ਦਾ, ਉਹ ਜਿੰਨ ਜਿਹੜਾ ਉਹ ਅਸਰ ਹੁਣ ਦਿਖਾਉਣ ਲੱਗਿਆ। ਨਹੀਂ, ਜਿਵੇਂ ਦਿਖਾਉਣਾ ਚਾਹੀਦਾ ਸੀ ਉਵੇਂ ਤਾਂ ਨਹੀਂ। ਗਾਹੇ ਬਗਾਹੇ ਕਦੇ ਕਦਾਈ ਮੇਰੇ ਫੂਲਕਾ ਸਾਹਿਬ ਦੀ ਇੱਕ ਗੱਲ ਯਾਦ ਆਉਂਦੀ ਹੈ। ਜਦੋਂ ਸੱਜਣ ਕੁਮਾਰ ਵਾਲਾ ਕੇਸ ਚੱਲਦਾ ਸੀ ਜੀ, ਜਿਹੜਾ ਸਿੱਖ ਕਤਲੇਆਮ ਹੋਇਆ, ਉਸ ਸੰਬੰਧ ਵਿੱਚ ਉਹਨਾਂ ਦਿਨਾਂ ਦੇ ਵਿੱਚ ਇਹ ਗੱਲ ਹੋਈ, ਫੂਲਕਾ ਸਾਹਿਬ ਨੂੰ ਪੁੱਛਿਆ ਵੀ ਹੋਊਗਾ ਕੀ ਕਦੇ 1984 ਦੇ ਜਿਹੜਾ ਸਿੱਖ ਕਤਲੇਆਮ ਦੇ ਕਾਤਲਾਂ ਨੂੰ ਸਜ਼ਾਵਾਂ ਮਿਲਣਗੀਆਂ? ਉਹ ਕਹਿੰਦੇ ਪਾਣੀ ਬਹੁਤ ਲੱਗ ਚੁੱਕੇ ਜੀ, ਸਿਰ ਦੇ ਉੱਪਰ ਦੀ ਲੱਗ ਚੁੱਕੇ ਹੈ। ਹੁਣ ਤਾਂ ਸੰਕੇਤ ਮਾਤਰ ਜੇ ਕਿਸੇ ਨੂੰ ਕੋਈ ਸਜ਼ਾ ਹੋ ਜੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਹਾਂ ਇਹ ਮੰਨ ਲੈ ਗਏ ਜੀ ਕਿ ਇੱਥੇ ਨਸਲਕੁਸ਼ੀ ਹੋਈ ਸੀ, ਬੰਦਿਆਂ ਨਾਲ ਧੱਕਾ ਹੋਇਆ ਸੀ, ਕਿ ਕਾਨੂੰਨ ਨੇ ਮੰਨ ਲਿਆ ਜੀ, ਬਸ ਇਦੋਂ ਵੱਧ ਹੋਰ ਕੁਝ ਨਹੀਂ ਹੋ ਸਕਦਾ। ਇਹਦੇ 'ਚ ਵੀ ਉਹੀ ਕੁਝ ਹੋ ਸਕਦਾ ਜਿਵੇਂ ਆਪਾਂ ਦੇਖੀਏ ਕਾਲੇ ਦੌਰ ਦੇ ਵਿੱਚ 25,000 ਜੀ ਅਣਪਛਾਤੀਆਂ ਲਾਸ਼ਾਂ ਕਹਿ ਕੇ ਸੰਸਕਾਰ ਹੋਇਆ ਸੀ, ਹੋ ਗਿਆ। ਔਰ ਉਹਨੂੰ ਜਿਸ ਬੰਦੇ ਨੇ ਟਰੇਸ ਕੀਤਾ ਸੀ ਸਰਦਾਰ ਜਸਵੰਤ ਸਿੰਘ ਖਾਲੜਾ, ਉਹ ਜਸਵੰਤ ਸਿੰਘ ਖਾਲੜਾ ਵੀ ਇੱਕ ਲਾਸ਼ ਦੇ ਵਿੱਚ ਤਬਦੀਲ ਹੋ ਗਿਆ ਸੀ। ਅਦਾਲਤਾਂ ਨੇ ਭਾਵੇਂ ਸਜ਼ਾਵਾਂ ਦੇ ਦਿੱਤੀਆਂ ਕੁਝ ਬੰਦਿਆਂ ਨੂੰ, ਪਰ ਇਹ ਸਾਰਾ ਕੁਝ ਹੋਇਆ ਤਾਂ ਹੈ ਨਾ ਜੀ। ਬਿਲਕੁਲ ਹੋਇਆ। ਆ ਜਿਹੜਾ ਹੁਣ ਤਾਜ਼ਾ ਕੇਸ ਹੈ, ਇਹ ਤਾਜ਼ਾ ਕੇਸ ਕਿੱਥੋਂ ਦਾ ਜੀ? ਉਬੋ ਕੇ ਪਿੰਡ ਹੈ। ਅੱਛਾ ਜੀ। ਉਬੋ ਕੇ ਪਿੰਡ ਤਰਨਤਾਰਨ ਦੇ ਕੋਲ, ਉੱਥੋਂ ਦੇ ਇੱਕ ਸੱਜਣ ਸੀ ਹਰਬੰਸ ਸਿੰਘ ਜੀ, ਬਹੁਤ ਮਤਲਬ ਆਪਾਂ ਕਹਿ ਸਕਦੇ ਹਾਂ ਜਵਾਨੀ ਦੇ ਬੰਦਾ, ਚੜ੍ਹਾਈ ਦੇ ਵਿੱਚ ਸੀਗਾ। ਉਹਨੂੰ ਪੁਲਿਸ ਵਾਲੇ ਚੁੱਕ ਲੈਂਦੇ ਜੀ, ਚੁੱਕ ਕੇ ਉਹਨੂੰ ਥਾਣੇ ਲੈ ਜਾਂਦੇ, ਵਕਾਇਦਾ ਉਹਦੀ ਗ੍ਰਿਫਤਾਰੀ ਪਾ ਦਿੰਦੇ। ਗ੍ਰਿਫਤਾਰੀ ਪਾਉਣ ਤੋਂ ਬਾਅਦ ਫਿਰ ਉਹ ਕਹਿੰਦੇ ਵੀ ਉਹ ਤੋਂ ਰਿਕਵਰੀ ਕਰਾਉਣੀ ਹੈ ਅਸਲੇ ਦੀ ਜੀ। ਉਹਨੇ ਕਹਿੰਦੇ ਇਹ ਇਕਵਾਲ ਕਰ ਲਿਆ ਕਿ ਚੰਬਲ ਦੀ ਘਾਟੀ ਦੇ ਵਿੱਚ ਮੈਂ ਅਸਲਾ ਲੁਕੋ ਕੇ ਰੱਖਿਆ ਹੋਇਆ। ਅੱਛਾ ਜੀ। ਮਾਝੇ ਦੇ ਵਿੱਚ ਸ਼ਾਇਦ ਕੋਈ ਚੰਬਲ ਦੀ ਘਾਟੀ ਹੋਊਗੀ, ਪਤਾ ਨਹੀਂ ਕਿਸੇ ਏਰੀਏ ਨੂੰ ਨਾ ਦੇਤਾ ਹੋਣਾ। ਹਾਂ। ਔਰ ਉਹ ਕਹਿੰਦੇ ਵੀ ਜਦੋਂ ਅਸੀਂ ਉਹਨੂੰ ਲੈ ਕੇ ਜਾ ਰਹੇ ਸਾਂ ਤਾਂ ਉਸ ਵੇਲੇ ਸਾਡੇ ਤੇ ਖਾੜਕੂਆਂ ਨੇ ਹਮਲਾ ਕਰਤਾ ਜੀ। ਉਸ ਹਮਲੇ ਦੇ ਵਿੱਚ ਉਹ ਵੀ ਮਾਰਿਆ ਗਿਆ ਤੇ ਉਹ ਇੱਕ ਹੋਰ ਅਣਪਛਾਤਾ ਬੰਦਾ ਵੀ ਮਾਰਿਆ ਗਿਆ ਜੀ। ਦੋ ਬੰਦੇ ਕਹਿੰਦੇ ਜੀ ਮਾਰੇ ਗਏ, ਸਾਡੇ ਤੇ ਹਮਲਾ ਕਰਤਾ, ਉਹਨਾਂ ਦਾ ਪੋਸਟਮਾਰਟਮ ਵਗੈਰਾ ਕਰਾ ਕੇ ਬਕਾਇਦਾ ਸਾਰਾ ਕੁਝ ਕਰਤਾ ਜੀ। ਨਾਲ ਇੱਕ 307 ਦਾ ਪਰਚਾ ਦਰਜ ਕਰ ਲਿਆ ਕਿ ਖਾੜਕੂਆਂ ਨੇ ਸਾਡੇ ਤੇ ਹਮਲਾ ਕਰਤਾ। ਅੱਛਾ ਜੀ। ਮੁਲਜ਼ਮ ਉਹਨਾਂ ਨੂੰ ਬਣਾਤਾ। ਇਹ ਮਾਮਲਾ ਜਿਹੜਾ ਹੈਗਾ ਚਲਿਆ ਗਿਆ, ਪੈਂਡਿੰਗ ਪਿਆ ਰਿਹਾ। ਹੋਇਆ ਇਹ ਜੀ ਕਿ ਜਿਹੜੇ ਹਰਵੰਤ ਸਿੰਘ ਹੋ ਰਹੀ ਹੈ, ਉਹਨਾਂ ਦਾ ਭਰਾ ਹੈ ਪਰਮਜੀਤ ਸਿੰਘ। ਅੱਛਾ ਜੀ। ਪਰਮਜੀਤ ਸਿੰਘ ਨੇ ਇੱਕ ਪਟੀਸ਼ਨ ਦਾਇਰ ਕਰਤੀ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ
ਕਿ ਇਸ ਮਾਮਲੇ ਦੀ ਪੜਤਾਲ ਜਿਹੜੀ ਹੈ ਜੀ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਈ ਜਾਵੇ, ਖਾਸ ਕਰਕੇ CBI ਵਗੈਰਾ ਜੀ ਇਹਨਾਂ ਤੋਂ ਪੜਤਾਲ ਕਰਵਾਈ ਜਾਵੇ। ਮਾਨਯੋਗ ਹਾਈ ਕੋਰਟ ਨੇ ਹੁਕਮ ਦਿੱਤਾ ਜੀ, ਔਰ ਉਹ ਹੁਕਮ ਦੇ ਆਧਾਰ ਦੇ ਉੱਤੇ 25 ਜਨਵਰੀ 1999 ਨੂੰ ਜੀ CBI ਨੇ FIR ਦਰਜ ਕਰ ਲਈ ਇਹਨਾਂ ਲੋਕਾਂ ਦੇ ਖਿਲਾਫ। ਅੱਛਾ ਜੀ 13 ਦਸੰਬਰ 2022 ਨੂੰ ਚਲਾਨ ਪੇਸ਼ ਕਰ ਦਿੱਤਾ। 13 ਦਸੰਬਰ 2022 ਨਹੀਂ, ਮੇਰੇ ਖਿਆਲ 20 ਬੂ ਹੋਣਾ, ਹਾਂ ਜੀ 22 ਗਲਤ ਲਿਖਿਆ ਗਿਆ ਕਿਤੇ। ਔਰ ਇਹਦੇ 'ਚ ਕੁੱਲ 17 ਗਵਾਹ ਜਿਹੜੇ ਆ ਪੇਸ਼ ਹੋਏ। 17 ਗਵਾਹਾਂ ਦੇ ਪੇਸ਼ ਹੋਣ ਤੋਂ ਬਾਅਦ ਜੀ ਉਹਨਾਂ ਨੇ ਸਾਰਾ ਕੁਝ ਮੰਨ ਲਿਆ ਵੀ ਇਹਨਾਂ ਨੇ ਗਲਤ ਕੀਤਾ ਵੈ। ਤਾਂ 2 ਜਿਹੜੇ ਹੈਗੇ ਆ ਪੁਲਿਸ ਵਾਲੇ, ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ। ਇੱਕ ਦਾ ਨਾਂ ਹੈ ਥਾਣੇਦਾਰ ਸ਼ਮਸ਼ੇਰ ਸਿੰਘ ਜੀ ਤੇ ਦੂਜੇ ਦਾ ਨਾਂ ਹੈ ਥਾਣੇਦਾਰ ਜਗਤਾਰ ਸਿੰਘ। ਜਗਤਾਰ ਸਿੰਘ ਜਿਹੜਾ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਦਾਨੇਲੀਆ ਸਾਹਿਬ ਜੀ CBI ਨੇ, ਜਿਸ ਮਾਮਲੇ 'ਚ ਇਹਨਾਂ ਨੂੰ ਹੁਣ ਕਨਵਿਕਟ ਕੀਤਾ ਹੈ, ਉਹਦੇ 'ਚ ਧਾਰਾ 120 ਜੀ 120 ਵੀ ਹੁੰਦੀ ਹੈ, 302 ਤੇ 2018 ਜੀ 120 ਵੀ ਕਿ ਸਾਜ਼ਿਸ਼ ਕੀਤੀ ਗਈ, ਬੰਦਿਆਂ ਨੂੰ ਕਤਲ ਕੀਤਾ ਗਿਆ। ਤੇ ਜਿਹੜਾ 218 ਹੈ ਜੀ 218 ਹੈਗੀ ਜਾਲੀ ਐਵੀਡੈਂਸ ਤਿਆਰ ਕਰਨੀ, ਗਵਾਹਾਂ ਨੂੰ ਤੋੜਨਾ ਮਰੋੜਨਾ, ਇਸ ਕਿਸਮ ਦੀ ਗੱਲ ਕਰਕੇ ਉਹਨਾਂ ਨੇ ਗੱਲ ਕਰਤੀ। ਇਹਨਾਂ ਨੂੰ ਹੁਣ ਉਹਨਾਂ ਨੇ ਸਜ਼ਾ ਤਾਂ ਦਿੱਤੀ ਹੈ। 2 ਵਿਅਕਤੀ ਇਹਨਾਂ ਦੇ ਵਿੱਚ ਹੋਰ ਸੀ, ਇੰਸਪੈਕਟਰ ਪੂਰਨ ਸਿੰਘ ਤੇ ASI ਜਗੀਰ ਸਿੰਘ। ਉਹ ਦੋਨੋਂ ਜਿਹੜੇ ਹੈਗੇ ਆ ਮਰ ਚੁੱਕੇ ਹੈ। ਹੁਣ ਜਿਹੜੇ ਇੰਨਾ ਲੰਬਾ ਸਮਾਂ 30 ਸਾਲ ਜੀ 30 ਸਾਲ ਦਾ ਸਮਾਂ 30 ਸਾਲ ਤੱਕ ਉਹ ਇਨਸਾਫ ਵਾਸਤੇ ਲੜਦੇ ਰਹੇ ਜੀ। ਘਰਦਿਆਂ ਨੂੰ ਹੋਊਗਾ ਥੋੜਾ ਬਹੁਤਾ ਹੁਣ ਤਸੱਲੀ ਜੀ ਹੋ ਜੂ ਕਿ ਜੀ ਹਾਂ ਸਾਨੂੰ ਇਨਸਾਫ ਮਿਲ ਗਿਆ। ਪਰ ਅਗਲਾ ਸਵਾਲ ਖੜਾ ਹੁੰਦਾ ਹੈ ਕਿ ਜਿਹੜੇ 2 ਬੰਦੇ ਇਸ ਜਹਾਨ ਤੋਂ ਤੁਰ ਗਏ, ਜਿਹੜੇ 2 ਥਾਣੇਦਾਰ, ਇੱਕ ਇੰਸਪੈਕਟਰ ਤੇ ਇੱਕ ASI ਜੀ, ਉਹ ਤਾਂ ਬਗੈਰ ਕੋਈ ਸਜ਼ਾ ਭੁਗਤਿਆ ਤੁਰ ਗਏ, ਕਲੀਆਂ ਤਰੀਕੇ ਨਾਲ ਭੁਗਤ ਗਏ। ਉਹਨਾਂ ਨੂੰ ਤਾਂ ਕਿਸੇ ਕਿਸਮ ਦੀ ਕੋਈ ਸਜ਼ਾ ਨਹੀਂ ਮਿਲੀ ਜੀ। ਜਿਸ ਬੰਦੇ ਨੇ ਕੋਈ ਅਪਰਾਧ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਔਰ ਸਜ਼ਾ ਮਿਲਣੀ ਯਕੀਨੀ ਬਣਾਉਣੀ ਹੈ, ਇਹ ਲੋੜ ਹੈ। ਇਹਦੇ ਨਾਲ ਜੇ ਆਪਾਂ ਅਗਲੀ ਗੱਲ ਦੇਖੀਏ ਤਾਂ ਇਹ ਵੀ ਗੱਲ ਕਹੀ ਜਾਂਦੀ ਹੈ ਨਾ ਕਾਨੂੰਨ ਦੀ ਭਾਸ਼ਾ 'ਚ ਕਿ ਜਿਹੜੀ ਹੈਗੀ ਹੈ ਇਨਸਾਫ ਦੇਣ ਦੇ ਵਿੱਚ ਦੇਰੀ ਹੈ ਜਿਹੜੀ, ਉਹ ਵੀ ਇਨਸਾਫ ਨਾ ਦੇਣ ਦੇ ਬਰਾਬਰ ਹੈ। ਮੇਰੀ ਯਾਦ ਹੈ ਆਮ ਤੌਰ ਦੇ ਉੱਤੇ ਇੱਥੇ ਆਪਣੇ ਇੱਕ SSP ਹੁੰਦੇ ਸੀ ਸਰਦਾਰ ਰਾਜਦੀਪ ਸਿੰਘ ਗਿੱਲ ਜੀ। ਉਹਨਾਂ ਨਾਲ ਕਈ ਵਾਰੀ ਗੱਲਾਂ ਬਾਤਾਂ ਪੈ ਜਾਂਦੀ ਤੇ ਉਹ ਕਹਿੰਦੇ ਹੁੰਦੇ ਸੀ ਕਿ ਜਿਹੜਾ ਮਾਮਲਾ ਕੋਈ ਸਿਰੇ ਨਾ ਲੱਗਦਾ ਹੋਵੇ, ਉਹਦਾ ਕੋਈ ਤੱਥ ਪਤਾ ਤੁਹਾਨੂੰ ਲੱਗਦਾ ਹੋਵੇ, ਉਸ ਮਾਮਲੇ ਨੂੰ ਲਮਕਾਈ ਜਾਓ ਜੀ, ਤੇ ਇੰਨਾ ਲਮਕਾ ਦਿਓ ਕਿ ਉਹ ਆਪਣੀ ਮੌਤ ਆਪ ਹੀ ਮਰ ਜਾਂਦਾ। ਇਸ ਕਰਕੇ ਜਿਹੜਾ ਇਨਸਾਫ ਨੂੰ ਲਮਕਾਉਣਾ ਵੀ ਹੈ ਜੀ, ਜਾਂ ਇਨਸਾਫ ਦਾ ਲਮਕਣਾ ਹੈ, ਉਹ ਇਨਸਾਫ ਨਾ ਦੇਣ ਦੇ ਬਰਾਬਰ ਹੀ ਹੈ। ਚਲੋ ਥੋੜੀ ਬਹੁਤੀ ਇਹਨਾਂ ਦੇ ਪਰਿਵਾਰਾਂ ਨੂੰ ਰਾਹਤ ਮਿਲੀ ਹੈ, ਪਰ ਜਿਹੜੀ ਇਹਦੇ ਚੋਂ ਹਰਬੰਸ ਸਿੰਘ ਦੀ ਮਾਤਾ ਹੈ ਜੀ, ਉਹ ਤਾਂ ਵਿਚਾਰੀ ਇਨਸਾਫ ਨੂੰ ਉਡੀਕਦੀ ਤੁਰ ਗਈ। ਕਿੰਨੇ ਲੋਕ ਇਹੋ ਜਿਹੇ ਜਿਹੜੇ ਤੁਰ ਜਾਂਦੇ ਲੜਾਈਆਂ ਲੜਦੇ। ਸੋ ਜਿਹੜਾ ਹੈਗਾ ਇਨਸਾਫ, ਜਿਹੜਾ ਇਕੱਲਾ ਇਨਸਾਫ ਹੋਵੇ ਨਾ, ਹੁੰਦਾ ਦਿਖੇ ਵੀ ਜੀ, ਦੇਖਣਾ ਵੀ ਚਾਹੀਦਾ, ਉਹਦਾ ਅਸਰ ਚਾਹੀਦਾ ਜੀ। ਤੇ ਇਹ ਤੁਸੀਂ ਜਿਵੇਂ ਗੱਲ ਕੀਤੀ ਇਨਸਾਫ ਹੋਵੇ, ਪਰ ਤੁਹਾਨੂੰ ਪਤਾ ਹੁਣ ਕੱਲ ਪਰਸੋਂ ਆਪਣੇ ਮੁੱਖ ਮੰਤਰੀ ਜੀ ਵੀ ਗਏ ਸੀਗੇ, ਅਮਿਤ ਸ਼ਾਹ ਹੋਰਾਂ ਨੇ ਮੀਟਿੰਗ ਕੀਤੀ ਸੀ ਸਾਰੇ ਸੂਬਿਆਂ ਦੀ, ਤੇ ਉੱਥੇ ਵੀ ਹੁਣ ਅਪਰਾਧਾਂ ਦੀ ਗੱਲ ਹੀ ਹੋਈ ਹੈ। ਹੁਣ ਅਪਰਾਧ ਵੀ ਜਿਵੇਂ ਹੁਣ ਕਹੀਏ ਕਿ ਜੇ ਤਾਂ ਸਟੇਟ ਸਬਜੈਕਟ ਹੈ ਤਾਂ ਜਿਵੇਂ ਆਪਾਂ ਸ਼ੁਰੂ 'ਚ ਗੱਲ ਕਰਕੇ ਹਟੇ, ਜੀ ਕੀਤਾ ਤਾਂ ਪਰਚਾ ਦੇਤਾ, ਜੀ ਕੀਤਾ ਨਹੀਂ ਦਿੱਤਾ। ਕੇਂਦਰ ਉੱਥੇ ਬੇਬਸ ਹੈ, ਕਾਨੂੰਨ ਬਣਾਉਣ ਵਾਲੀ ਹੈ। ਫਿਰ ਅਮਿਤ ਸ਼ਾਹ ਹੋਰੀ ਜਿਹੜੇ ਹੋਮ ਮਿਨਿਸਟਰ ਨੇ, ਉਹ ਮੁੱਖ ਮੰਤਰੀਆਂ ਨੂੰ ਕੀ ਕਹਿੰਦੇ ਆ ਜੀ ਇਸ ਮਾਮਲੇ ਤੇ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਅਮਿਤ ਸ਼ਾਹ ਹੋਰਾਂ ਨੇ ਜਿਹੜੀ ਇਹ ਮੀਟਿੰਗ ਕਾਲ ਕੀਤੀ, ਇਹ ਮੀਟਿੰਗ ਪ੍ਰਧਾਨ ਮੰਤਰੀ ਨੇ ਇੱਕ ਭਾਸ਼ਣ ਕੀਤਾ ਸੀ ਜੀ, ਤੇ ਮੇਰਾ ਖਿਆਲ ਭਾਸ਼ਣ ਵੀ ਸ਼ਾਇਦ ਉਹਨਾਂ ਨੇ ਲਾਲ ਕਿਲੇ ਤੋਂ ਕੀਤਾ ਸੀ। ਉਹਦੇ ਵਿੱਚ ਉਹਨਾਂ ਨੇ, ਮੋਦੀ ਨੇ ਕਿਹਾ ਸੀਗਾ ਕਿ ਜਿਹੜਾ ਜੁਰਮਾਂ ਦਾ ਜਿਹੜਾ ਹੈ ਖਾਤਮਾ, ਜੁਰਮਾਂ ਦੇ ਖਾਤਮੇ ਦੇ ਲਈ ਕਹਿੰਦੇ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਕੋਈ ਲੰਬਾ ਆਪਣਾ ਦ੍ਰਿਸ਼ਟੀਕੋਣ ਬਣਾਈਏ ਜੀ। ਔਰ ਉਹਨਾਂ ਨੇ ਇੱਕ ਦ੍ਰਿਸ਼ਟੀਕੋਣ 2047 ਜਿਹਨੂੰ ਪੰਚਪਰਨ ਵੀ ਕਿਹਾ ਗਿਆ ਜੀ, ਆਜ਼ਾਦੀ ਦੇ ਦਿਹਾੜੇ ਤੇ ਆਪਣੀ ਤਕਰੀਰ ਦੇ ਵਿੱਚ ਇਹਦਾ ਜ਼ਿਕਰ ਕੀਤਾ ਸੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ। ਤੇ ਪ੍ਰਧਾਨ ਮੰਤਰੀ ਸਾਹਿਬ ਨੇ ਆਜ਼ਾਦੀ ਦੇ ਦਿਹਾੜੇ ਤੇ ਜਿਹੜਾ ਜ਼ਿਕਰ ਕੀਤਾ ਸੀ ਜੀ, ਇਸ ਜ਼ਿਕਰ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਇੱਕ 2 ਰੋਜ਼ਾ ਚਿੰਤਨ ਸ਼ਿਵਰ, ਅੱਛਾ ਜੀ,
ਇਹ ਚਿੰਤਨ ਸ਼ਿਵਰਾਂ ਨੇ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਹੁੰਦੇ ਆ, ਦੂਜਿਆਂ ਦੇ ਤਾਂ ਹੁੰਦੇ ਨਹੀਂ। ਕਦੇ ਮੁੱਖ ਮੰਤਰੀਆਂ ਦੇ ਚਿੰਤਨ ਸ਼ਿਵਰ ਨਹੀਂ ਹੁੰਦੇ। ਇਹ ਚਿੰਤਨ ਸ਼ਿਵਰ ਸ਼ਬਦ ਵੀ ਹੈ ਜਿਹੜਾ, ਇਹ ਵੀ ਆਪਣੇ ਆਪ ਦੇ ਵਿੱਚ ਇਹ ਦੱਸਦਾ ਕਿ ਇਹ ਕਿਵੇਂ ਕਿੱਧਰਲੇ ਪਾਸੇ ਮੁਲਕ ਨੂੰ ਲੈ ਕੇ ਜਾਇਆ ਜਾ ਰਿਹਾ। ਤੇ ਜਗ੍ਹਾ ਕਿਹੜੀ ਰੱਖੀ ਜੀ? ਸੂਰਜ ਕੁੰਡ ਜੀ, ਉਹ ਧਾਰਮਿਕ ਪੱਖ ਤੋਂ ਉਹਦੀ ਅਹਿਮੀਅਤ ਹੈ। ਔਰ ਜਿਹੜਾ ਹੈਗਾ ਪੰਚ ਪਰਨ, ਉਹ ਪੰਚ ਪਰਨ ਵੀ ਪੰਚ ਜਿਹੜੇ ਹੈਗੇ ਉਹ ਪਰਨ ਕਰਦੇ ਆ, ਇਹ ਸੌਂ ਚੱਕਦੇ ਆ। ਹਾਂਜੀ, ਇਹਦੇ ਵਿੱਚ ਉਹਨਾਂ ਨੇ ਆਪਣੀ ਉਹ ਜਿਹੜੀ ਗੱਲਬਾਤ ਕੀਤੀ ਹੈ, ਉਹਦੇ ਵਿੱਚ ਦੋ ਗੱਲਾਂ ਕਹਿਤੀਆਂ ਉਹਨਾਂ ਨੇ। ਇੱਕ ਗੱਲ ਤਾਂ ਉਹਨੇ ਕਹਿਤੀ ਕਿ ਲਾ ਐਂਡ ਆਰਡਰ ਜੀ ਸਟੇਟ ਦਾ ਸਬਜੈਕਟ ਹੈ। ਉਹ ਤਾਂ ਹੈਗਾ ਹੀ ਹੈ, ਵੈਸੇ ਮੰਨਣਾ ਬਹੁਤ ਮੁਸ਼ਕਲ ਹੁੰਦਾ ਹੈ। ਉਹ ਤੋਂ ਸਟੇਟ ਦਾ ਸਬਜੈਕਟ ਹੈ। ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਸਟੇਟ ਨੂੰ ਕੰਮ ਕਰਨਾ ਚਾਹੀਦਾ ਹੈ, ਔਰ ਉਹ ਕਰਦੀਆਂ ਵੀ ਹੈ ਸਟੇਟਾਂ। ਪਰ ਕੁਝ ਮਾਮਲੇ ਇਹੋ ਜਿਹੇ ਹੁੰਦੇ ਹੈ ਜਿਹੜੇ ਕ੍ਰਾਸ ਬਾਰਡਰ ਹੁੰਦੇ, ਜਿਹਦੇ ਵਿੱਚ ਅੰਤਰਰਾਸ਼ਟਰੀ ਦਖਲਅੰਦਾਜ਼ੀ ਹੁੰਦੀ ਹੈ। ਉਹਨਾਂ ਮਾਮਲਿਆਂ ਨੂੰ ਨਿਪਟਾਉਣ, ਅੰਤਰਰਾਸ਼ਟਰੀ ਵੀ, ਰਾਸ਼ਟਰੀ ਤਾਂ ਆ ਗਿਆ ਨਾ ਪਾਕਿਸਤਾਨ। ਹਾਂ, ਅੰਤਰਰਾਸ਼ਟਰੀ ਵੀ ਆ ਗਿਆ ਨਾ। ਜਿਵੇਂ ਉਹਨੂੰ ਕਹਿੰਦੇ ਕਿ ਜਿਹੜੇ ਦਹਿਸ਼ਤਗਰਦ ਹੈ, ਟੈਰਰਿਸਟ ਹੈ, ਦੇਸ਼ ਵਿਰੋਧੀ ਹੈ, ਉਹਨਾਂ ਨੂੰ ਵਿਦੇਸ਼ਾਂ ਤੋਂ ਮਦਦ ਮਿਲਦੀ ਹੈ। ਜਿਹੜੇ ਕਤਲ ਹੁੰਦੇ ਹੈ, ਜਿਹੜੀਆਂ ਵਾਰਦਾਤਾਂ ਹੁੰਦੀਆਂ, ਉਹਨਾਂ ਦੀ ਜਿਹੜੀ ਹੈ ਯੋਜਨਾਬੰਦੀ ਉਹ ਵਿਦੇਸ਼ਾਂ 'ਚ ਹੁੰਦੀ ਹੈ। ਤੇ ਵਿਦੇਸ਼ਾਂ ਦੇ ਵਿੱਚ ਜਿਹੜੀ ਯੋਜਨਾਬੰਦੀ ਹੁੰਦੀ ਹੈ ਤੇ ਉਹਨੂੰ ਇੰਪਲੀਮੈਂਟ ਇੰਡੀਆ 'ਚ ਕੀਤਾ ਜਾਂਦਾ ਹੈ। ਉਸ ਮਾਮਲੇ ਨੂੰ ਜੇ ਅਸੀਂ ਮਤਲਬ ਜਿਹੜਾ ਹੈਗਾ ਸੋਲਵ ਕਰਨਾ ਹੈ ਤਾਂ ਉਹ ਇਕੱਲੀਆਂ ਸਟੇਟਾਂ ਨਹੀਂ ਕਰ ਸਕਦੀਆਂ, ਉਹਦੇ ਵਿੱਚ ਕੇਂਦਰ ਦੀ ਵੀ ਦਖਲ ਅੰਦਾਜ਼ੀ ਜ਼ਰੂਰੀ ਹੈ। ਇਹ ਦਾਨੇਵਾਲੀਆ ਸਾਹਿਬ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ, NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਦੋਂ ਬਣਾਈ ਗਈ, ਉਹਦੇ ਬਣਾਉਣ ਦਾ ਕਾਰਨ ਵੀ ਇਹੀ ਸੀ। ਇਹ ਡਾਕਟਰ ਮਨਮੋਹਨ ਸਿੰਘ ਦੇ ਦੌਰ 'ਚ ਬਣੀ ਸੀ, ਉਸ ਦੌਰ ਦੇ ਵਿੱਚ ਬਣੀ ਸੀ। ਉਹ ਹੁਣ ਕਹਿੰਦੇ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਅਸੀਂ ਬਹੁਤ ਮਜ਼ਬੂਤ ਕਰ ਰਹੇ ਹਾਂ, ਔਰ ਅਗਲੇ ਕੁਝ ਸਮੇਂ 'ਚ ਇਹਦੇ ਜਿਹੜੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ NIA, ਇਹਦੀਆਂ ਬ੍ਰਾਂਚਾਂ ਦੇਸ਼ ਦੇ ਸਾਰੇ ਸੂਬਿਆਂ 'ਚ ਖੁੱਲ੍ਹ ਜਾਣਗੀਆਂ। ਜਿਵੇਂ ਰਾਤ IB ਦੀਆਂ ਖੁੱਲੀਆਂ ਵੀ ਹੈ ਬੜੇ ਥਾਵਾਂ ਤੇ। ਚਲੋ ਆ ਰਾਤ ਤਾਂ ਬਾਹਰ ਹੋ ਗਿਆ, ਉਹਨਾਂ ਨੇ ਤਾਂ ਬਾਹਰਲਾ ਕੰਮ ਦੇਖਣਾ ਹੈ। IB ਤਾਂ ਜਾਲ ਵਿਛਿਆ ਹੋਇਆ ਸਮੁੱਚੇ ਭਾਰਤ ਦੇ ਵਿੱਚ। ਉਹਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਆਫੀਸਰ ਵਗੈਰਾ ਲੱਗੇ ਹੋਏ, ਠੀਕ ਹੈ। ਇਸੇ ਤਰੀਕੇ ਨਾਲ ਜਿਹੜੀਆਂ ਹੈਗੀਆਂ ਸਟੇਟਾਂ ਦੀਆਂ ਆਪਣੀਆਂ ਇੰਟੈਲੀਜੈਂਸ ਏਜੰਸੀਜ਼ ਹੈਗੀਆਂ, ਉਹ ਕੰਮ ਕਰਦੀਆਂ। ਇਹ ਕਹਿੰਦੇ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਹੈ, ਇਨਵੈਸਟੀਗੇਟਿੰਗ ਏਜੰਸੀ ਦੇ ਅਸੀਂ ਦਫ਼ਤਰ ਸਾਰੇ ਖੋਲ ਦਿਆਂਗੇ। ਇੱਥੇ ਦਾਨੇਵਾਲੀਆ ਸਾਹਿਬ ਮੈਨੂੰ ਨਾ ਥੋੜਾ ਜਿਹਾ ਸ਼ੰਕਾ ਮੈਨੂੰ ਇਹ ਪੈਂਦਾ ਵੀ ਜਿਹੜੀ CBI ਹੈ, CBI ਦਿੱਲੀ ਪੁਲਿਸ ਐਕਟ ਦੇ ਤਹਿਤ ਬਣਾਈ ਗਈ ਹੈ। ਉਹਦੇ ਤੇ ਹੈ ਕਿ ਜੇ CBI ਦੀਆਂ ਸੇਵਾਵਾਂ ਲੈਣੀਆਂ ਜਾਂ CBI ਨੇ ਆ ਕੇ ਦਖਲਅੰਦਾਜ਼ੀ ਕਰਨੀ ਹੈ ਤਾਂ ਉਹ ਦਖਲਅੰਦਾਜ਼ੀ ਜਿਹੜੀ ਹੈਗੀ ਹੈ ਸਟੇਟ ਪੁਲਿਸ ਦੀ ਇਜਾਜ਼ਤ ਤੋਂ, ਸਟੇਟ ਗੌਰਮੈਂਟ ਦੀ ਇਜਾਜ਼ਤ ਤੋਂ ਬਗੈਰ ਨਹੀਂ ਹੋ ਸਕਦੀ। ਅਗਰ ਸਟੇਟ ਗੌਰਮੈਂਟ ਕਹਦੇ ਕਿ ਸਾਨੂੰ ਨਹੀਂ ਲੋੜ ਤੇ ਅਸੀਂ ਨਹੀਂ ਕਰਦੇ। ਹੁਣ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ CBI ਨੇ ਕੁਝ ਸਰਗਰਮੀ ਦਿਖਾਈ ਤੇ ਇਸ ਵੇਲੇ ਪਤਾ ਵੀ ਕੇਂਦਰ ਦੀ ਜਿਹੜੀ ਸਰਕਾਰ ਹੈ, ਪੰਜਾਬ ਦੀ ਸਰਕਾਰ ਨਾਲ ਉਹਨਾਂ ਦਾ ਜਿਹੜੀ ਹੈਗੀ ਹੈ ਕਦਮ ਚਾਲ ਮਿਲਦੀ ਨਹੀਂ। ਜਿਹੜੇ ਪੰਜਾਬ ਦੇ ਸਰਕਾਰੀ ਅਫਸਰ ਹੈ, ਉਹਨਾਂ ਸਰਕਾਰੀ ਅਫਸਰਾਂ ਨੂੰ ਵੀ ਕਾਬੂ ਕੀਤਾ ਜਾ ਸਕਦਾ। ED ਤਾਂ ਛਾਪੇ ਮਾਰੀ ਗਈ, ਉਹ ਦਿੱਲੀ ਵਾਲੀ ਜਿਹੜੀ ਸ਼ਰਾਬ ਪਾਲਿਸੀ ਦੇ ਸੰਬੰਧ ਵਿੱਚ ED ਵਾਲੇ ਆ ਗਏ, ਛਾਪੇ ਮਾਰ ਗਏ। ਵਰਨ ਰੂਜ਼ਮ ਜਿਹੜੇ ਕਮਿਸ਼ਨਰ ਐਕਸਾਈਜ਼ ਦੇ, ਉਹ ਆ ਗਏ। ਦੂਜੇ ਸੀ ਨਰੇਸ਼ ਆਪਣੇ ਦੂਬੇ ਸਾਹਿਬ ਉਹ ਆ ਗਏ, ਉਹ ਵੀ ਆ ਗਏ। ਮੈਨੂੰ ਹੁਣ ਇਹ ਪਤਾ ਲੱਗਿਆ, ਮੈਂ ਚੰਡੀਗੜ੍ਹ ਜਾ ਕੇ ਆਇਆ ਵੀ ਹੁਣ ਜਿਹੜੇ ਵੱਡੇ ਵੱਡੇ ਅਫਸਰ ਹੈ ਨਾ ਪੰਜਾਬ ਦੇ ਅਫਸਰ, ਉਹ ਕਹਿ ਰਹੇ ਹੈ ਸਰਕਾਰ ਤੇ ਪ੍ਰੈਸ਼ਰ ਪਾ ਰਹੇ ਜਿਨ੍ਹਾਂ ਦੇ ਦਫ਼ਤਰ ਚੰਡੀਗੜ੍ਹ ਹੈ ਵੀ ਸਾਡੇ ਦਫ਼ਤਰ ਮੋਹਾਲੀ ਕਰ ਦਿਓ, ਕਿਉਂਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ, ਕੇਂਦਰ ਸ਼ਾਸਿਤ ਹੈ, ਉਧਰ ਲਾਈਨ ਨੂੰ ਫਿਰਦੇ ਆ। ਉੱਥੇ ਆ ਕੇ ਉਹ ਨਾਲ ਦੀ ਨਾਲ ਉਹਨਾਂ ਨੇ ਜੁੱਪ ਸਕਦੇ ਹੈ। ਜੇ ਉਹ ਮੋਹਾਲੀ ਦੇ ਵਿੱਚ ਬੈਠੇ ਤੇ ਮੋਹਾਲੀ ਜਿਹੜੀ ਹੈਗੀ CBI ਆ ਨਹੀਂ ਸਕਦੀ। ਕਿਉਂ ਨਹੀਂ ਆ ਸਕਦੀ? ਕਿਉਂਕਿ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਉਹਨਾਂ ਨੇ ਪਾਬੰਦੀ ਲਾਤੀ ਸੀ। ਕੁਝ ਹੋਰ ਆਪੋਜੀਸ਼ਨ ਸਰਕਾਰਾਂ ਨੇ ਵੀ ਪਾਬੰਦੀ ਲਾਤੀ ਸੀ ਕਿ ਨਾ ਬਣੋ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਕਿ ਇਹੋ ਜਿਹੀ ਏਜੰਸੀ ਹੈ ਜਿਹੜੀ ਦੇਸ਼ ਦੇ ਵਿੱਚ ਕਿਤੇ ਵੀ ਜਾ ਸਕਦੀ ਹੈ। ਪਿਛਲੇ ਦਿਨਾਂ 'ਚ ਪੰਜਾਬ 'ਚ ਰੇਡਾਂ ਕੀਤੀਆਂ, ਸਾਰੇ ਦੇਸ਼ ਦੇ ਵਿੱਚ ਰੇਡਾਂ ਕੀਤੀਆਂ ਗੈਂਗਸਟਰਾਂ ਦੇ ਨਾਂ ਦੇ ਉੱਤੇ, ਔਰ ਪੰਜਾਬ ਦੇ ਤਾਂ ਵਕੀਲਾਂ ਤੇ ਵੀ ਰੇਡ ਕੀਤੀ ਹੈ। ਵਕੀਲਾਂ ਨੇ ਉਸ ਤੇ ਪ੍ਰੋਟੈਸਟ ਵੀ ਕੀਤੇ ਵੀ ਇਹ ਕੀ ਕਰੀਏ ਨੇ। ਇੱਥੋਂ ਇਹ ਲੱਗਦਾ ਹੈ ਕਿ ਕਿਹਾ ਤਾਂ ਜਾਂਦਾ ਕਿ ਦੇਸ਼ ਦੀ ਏਕਤਾ ਅਖੰਡਤਾ ਵਾਸਤੇ, ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਸੈਂਟਰ ਦੀ ਤੇ ਸੂਬਿਆਂ ਦੀ ਆਪਸ ਵਿੱਚ ਮਿਲਵਰਤਨ ਬਹੁਤ ਜ਼ਰੂਰੀ ਹੈ। ਪਰ ਅਮਲ ਦੇ ਵਿੱਚ ਮੈਨੂੰ ਲੱਗਦੀ ਹੈ ਕਿ ਮਿਲਵਰਤਨ ਦੇ ਨਾਂ ਥੱਲੇ ਜਿਹੜਾ ਪੰਚ ਪਰਨ ਹੈ ਨਾ, ਉਹ ਪੰਚ ਪਰਨ ਇਹ ਕਿ ਸਾਰੇ ਦਾ ਸਾਰਾ ਕੁਛ ਜਿਹੜਾ ਹੈਗਾ ਇਹਨੂੰ ਸਿਰ ਪਰਨੇ ਕਰ ਦਿਓ।
ਪੈਰਾਂ ਭਰਨੇ ਦੀ ਬਜਾਏ ਪੰਜ ਪਰਨ ਨਹੀਂ, ਇਹ ਸਿਰ ਪਰਨ ਕਰ ਦਿਓ ਤੇ ਸਾਰੀਆਂ ਪਾਵਰਾਂ ਆਪਦੇ ਕੋਲ ਲੈ ਲਓ। ਇਹ ਬਹੁਤ ਖਤਰਨਾਕ ਚਾਲ ਹੋ ਸਕਦੀ ਹੈ ਜੀ। ਸਾਡੇ ਮੁੱਖ ਮੰਤਰੀ ਸਾਹਿਬ ਵੀ ਉੱਥੇ ਗਏ ਸੀ, ਤਸਵੀਰਾਂ ਉਹਨਾਂ ਦੀਆਂ ਮਿਲ ਕੇ, ਲੇਕਿਨ ਆਪੋਜੀਸ਼ਨ ਦੇ ਕਈ ਮੁੱਖ ਮੰਤਰੀ ਨਹੀਂ ਗਏ ਉੱਥੇ ਜੀ, ਜਿੱਥੇ ਆਪੋਜੀਸ਼ਨ ਦੀਆਂ ਸਰਕਾਰਾਂ ਸੀ। ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਜ਼ਰੂਰ ਕਰਤੀ, ਉਹ ਕਹਿੰਦੇ ਜੀ ਜਿਹੜੀ ਸਾਡੀ ਆਪਣੀ ਫੈਂਸਿੰਗ ਹੈ, ਫੈਂਸਿੰਗ ਦਾ ਤੇ ਜਿਹੜਾ ਖੇਤਾਂ ਦਾ ਸੰਨ ਬਹੁਤ ਜ਼ਿਆਦਾ ਹੈ, 1 ਕਿਲੋਮੀਟਰ ਤੱਕ ਦਾ ਕਿਤੇ, ਉਹ ਕਹਿੰਦੇ ਵੀ ਘਟਾ ਕੇ ਜਿਹੜਾ ਹੈਗਾ 100 ਤੋਂ 150 ਮੀਟਰ ਤੱਕ ਦਾ ਕਰ ਦਿਓ, ਤਾਂ ਕਿ ਜਿਹੜਾ ਉਹਨੂੰ ਤੁਰ ਕੇ ਜਾਣਾ ਪੈਂਦਾ ਖੇਤੀਬਾੜੀ ਕਰਨ ਵਾਸਤੇ, ਜਿਹੜੀ ਉਹ ਲਾਏ ਹੋਏ ਚਲੋ ਸਾਹਿਬ ਉਹਦੇ ਚ ਤੁਰਕੇ ਨਾਲੋਂ ਜਿਹੜਾ ਸਭ ਤੋਂ ਵੱਡਾ ਕੰਮ ਆ ਨਾ, ਉਹਦੇ ਵਿੱਚ ਹੁਣ ਜਿਹੜੇ ਉਹ ਕਿਸਾਨ ਨੇ ਉਹਨਾਂ ਨੂੰ ਸੀਮਿਤ ਫਸਲਾਂ ਬੀਜਣ ਦੇ ਹੁਕਮ ਨੇ। ਜੇਕਰ ਉਹ ਕਰ ਦਿੰਦੇ ਆ ਤਾਂ ਨਾਲੇ ਤਾਂ ਪੰਜਾਬ ਸਰਕਾਰ ਜਿਹੜੀ ਅੱਗੇ ਹੀ ਭੁੱਖ ਨੰਗ ਨਾਲ ਘੁਲਦੀ ਹੈ, ਇਹਦੇ ਪੈਸੇ ਬਚ ਜਾਣਗੇ, ਕੇਂਦਰ ਸਰਕਾਰ ਦੇ ਹੀ ਪੈਸੇ ਬਚ ਜਾਣਗੇ, ਪਰ ਇਹਨੂੰ ਅੱਗੇ ਕਰਨ ਤੇ ਖਰਚਾ ਕਿੰਨਾ ਆਉਂਦਾ ਉਹ ਇੱਕ ਵੱਖਰੀ ਗੱਲ ਹੈ, ਕਿਉਂਕਿ ਉਹਨਾਂ ਨੂੰ 15 ਤੋਂ 20,000 ਰੁਪਇਆ ਠੇਕਾ ਮਹੀਨੇ ਦਾ ਦੇਣਾ ਹੈ ਫਸਲ ਦਾ, ਕਿਉਂਕਿ ਨਾ ਤਾਂ ਪੱਠੇ ਬੀਜ ਸਕਦੇ ਆ ਜੀ, ਬਿਲਕੁਲ ਝੋਨਾ ਤੇ ਕਣਕ ਛੋਟੀ ਬੀਜ ਸਕਦੇ, ਨਰਮਾ ਨਹੀਂ ਬੀਜ ਸਕਦੇ, ਕੁਛ ਹੋਰ ਨਹੀਂ ਕਰ ਸਕਦੇ, ਉੱਚੀ ਫਸਲ ਨਹੀਂ ਬੀਜ ਸਕਦੇ, ਤੇ ਜਾਣਾ ਵੀ ਉਹਨਾਂ ਦੇ ਟਾਈਮ ਨਾਲ ਬੱਝੇ ਟਾਈਮ ਹੈ, ਉਹ ਤਾਂ ਜਿੰਦਾ ਲੱਗਣਾ ਹੀ ਲੱਗਣਾ। ਸੋ ਸਾਰੀਆਂ ਚੀਜ਼ਾਂ ਦੇ ਹੀ ਜਿਹੜਾ ਹੈਗਾ ਉਹਦੇ ਉੱਤੇ ਇਕਨੋਮਿਕ ਆਸਪੈਕਟ ਵੀ ਦੇਖਿਆ ਜਾਵੇ। ਉਹ ਤਾਂ ਫਿਰ ਵੇਖਣਾ ਨਹੀਂ ਜੇ ਉਹਨਾਂ ਨੂੰ ਠੇਕਾ ਵੀ ਦਿੱਤਾ ਜਾਂਦਾ ਬਸ ਦਿੱਤਾ ਨਹੀਂ ਨਾ, ਰੌਲਾ ਤਾਂ ਹਾਂ, ਜਿਆਦਾ ਠੇਕਾ ਦਿੱਤਾ ਜਾਵੇ ਉਹਨਾਂ ਨੂੰ। ਦੂਜੀ ਗੱਲ ਜੇ ਆਪਾਂ ਦੇਖੀਏ ਦਾਨੇਲਗੇ ਸਾਹਿਬ, ਕੱਲਾ ਇਹ ਹੈ ਕਿ ਜੇ ਪ੍ਰੋਡਕਸ਼ਨ ਹੋਊਗੀ, ਪ੍ਰੋਡਕਸ਼ਨ ਦੇ ਨਾਲ ਜੇ ਸਟੇਟ ਦੀ ਆਪਾਂ ਗੱਲ ਕਰ ਲਈਏ, ਸਟੇਟ ਨੂੰ ਰੂਰਲ ਡਿਵੈਲਪਮੈਂਟ ਫੰਡ ਵੀ ਆਉਣਾ ਬਿਲਕੁਲ ਠੀਕ ਹੈ, ਸੈਂਟਰ ਨੂੰ ਵੀ ਜਿਹੜੀ ਹੈਗੀ ਹੈ ਸੇਲ ਟੈਕਸ ਵਗੈਰਾ ਜਿਹੜੇ ਕੁਛ ਨਾ ਕੁਛ ਟੈਕਸ ਆਉਣਗੇ, ਕਮਾਈ ਤਾਂ ਉਹਦੇ ਤੋਂ ਵੀ ਹੋਊਗੀ, ਜਾਂ ਤਾਂ ਫਿਰ ਉਹਨਾਂ ਨੂੰ ਦੇਣੇ। ਇਹ ਜ਼ਰੂਰੀ ਹੈ। ਵੈਸੇ ਮਾਨ ਸਾਹਿਬ ਦੀ ਜਿਹੜੀ ਇਹ ਗੱਲ ਹੈ, ਇਹਦੇ 'ਚ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਇਹ ਗੱਲ ਚੰਗੀ ਹੋਊਗੀ ਜਿਹੜੀ ਉਹਨਾਂ ਨੇ ਕੀਤੀ ਹੈ ਜੀ। ਸੋ ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਜੇਕਰ ਕਿਸੇ ਪ੍ਰਕਾਰ ਦੀ ਵੀ ਐਡਵਰਟੀਜ਼ਮੈਂਟ ਦੇਣੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ 9780141741 ਦੇ ਉੱਤੇ ਸੰਪਰਕ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਚਾਹੁੰਦੇ। ਹੁਣ ਸੋਮਵਾਰ ਨੂੰ ਮੁਲਾਕਾਤ ਹੋਏਗੀ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਸ਼ਮਾਦਾਨ।